ਸਾਧ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸਮਤ ਪਰਿਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਾਰਿ ਜੋਰੀ ਨਮੋ ਕਾਰਿ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਉ ਬਹਾਰੀ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਬੰਦੋ ਬਾਰ ਬਾਰ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਬਚਨ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਕੀ ਅਜ਼ਮਤ ਅਧਿਕ ਨਿਹਾਰੀ ਜਰੀ ਨਾ ਜਾਏ ਜਰੈ ਉਰ ਭਾਰੀ दिन बीत्यो रजनी पी जब ही मिल कै छल कीनो एक तब ही। वाहिगुरु जी का खालसा वाहिगुरु जी की फतेह। परम सम्मानयोग अंतरजामी सतगुरु बख्शिशां दे भंडार रहमतां दे खजाने सुखां दे सागर शाही शहनशाह वालीए कुल आलम सरवरे कायनात दसां पातशाहियां दी जागदी जो धन 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 साहिब श्री गुरु ग्रंथ साहिब जी महाराज सतगुरु सच्चे पातशाह जी दे पावन पवित्र सज रहे पावन दरबार ते साहिब श्री गुरु तेग बहादुर महाराज जी दे पावन पवित्र चरण छो प्राप्त स्थान दे उपर पातशाह जी की पावन पवित्र गोदी का निगमान रही गुरु की साजी अते निवाजी गुरु सवारी गुरु प्यारी गुरु रूप गुरु खालसा साध संगत जीओ।
ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਗਾ ਅਵਸਰ ਰੋਜ਼ਾਨਾ ਹੀ ਪ੍ਰਾਪਤ ਕਰਦੇ ਹੋ। ਮਹਾਰਾਜ ਜੀ ਦੇ ਪਾਵਨ ਵਚਨ ਨੇ ਵੀ ਜਿਹੜਾ ਉਸ ਪਰਮੇਸ਼ਰ ਦੇ ਨਾਲ ਜੁੜਦਾ ਹੈ ਉਸ ਜੁੜੇ ਹੋਏ ਇਨਸਾਨ ਦੇ ਸਾਰੇ ਮਿੱਤਰ ਬਣ ਜਾਇਆ ਕਰਦੇ ਨੇ। ਹਰ ਸੋ ਜੁੜੇ ਤਾਂ ਸਭ ਕੋ ਉਮੀਦ, ਹਰ ਸੋ ਜੁੜੇ ਤਾਂ ਨਿਸ਼ਚਲ ਚੀਤ, ਹਰ ਸੋ ਜੁੜੇ ਨਾ ਵਿਆਪੈ ਕਾੜਾ। ਫਿਰ ਕਿਸੇ ਪ੍ਰਕਾਰ ਦੀ ਚਿੰਤਾ, ਕਿਸੇ ਪ੍ਰਕਾਰ ਦਾ ਕਲੇਸ਼ ਜੀਵਨ ਦੇ ਵਿੱਚ ਪੈਦਾ ਨਹੀਂ ਹੋਇਆ ਕਰਦਾ, ਵਿਆਪਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਬਣਦੀ ਹੈ, ਮਹਾਰਾਜ ਸਾਡਾ ਮਨ ਜੋ ਬੜਾ ਚੰਚਲ ਹੈ ਉਸ ਨੂੰ ਜੋੜ ਕਰਕੇ ਰੱਖਿਓ। ਜਿੰਨਾ ਕੁ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਪਾਤਸ਼ਾਹ ਜੀ, ਉਹਨਾਂ ਸਮਾਂ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਇਹ ਸੁਭਾਗਾ ਅਵਸਰ ਸਾਡਾ ਸਫਲ ਹੋ ਜਾਵੇ। ਆਪ ਜੀ ਦਾਸ ਤੋਂ ਪਹਿਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦੀ ਵਿੱਚ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕਰ ਰਹੇ ਸੀ। ਹੁਣ ਰੋਜ਼ਾਨਾ ਦੀ ਤਰ੍ਹਾਂ ਸਮਾਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਇਤਿਹਾਸਕ ਕਥਾ ਦਾ। ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਧਰਤੀ ਤੇ ਗਏ ਹੋਏ ਨੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਸਿੱਧਾਂ ਦੇ ਨਾਲ ਹੋਇਆ ਹੈ। ਪਿਛਲੇ ਅੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਉਹਨਾਂ ਸਿੱਧਾਂ ਨੇ ਕੀਤੀ ਹੈ, ਪਰ ਉਹ ਸਿੱਧ ਕਾਮਯਾਬ ਨਹੀਂ ਹੋ ਸਕੇ। ਕਿਉਂਕਿ ਜੇ ਇਨਸਾਨ ਦੇ ਅੰਦਰ ਹੰਕਾਰ ਬੋਲਦਾ ਹੋਵੇ ਨਾ, ਉਹ ਹੰਕਾਰ ਇਨਸਾਨ ਨੂੰ ਲੈ ਡੁੱਬਿਆ ਕਰਦਾ ਹੈ। ਆਪਾਂ ਜੀਵਨ ਦੇ ਵਿੱਚ ਦੇਖਦੇ ਹਾਂ, ਕਈ ਵਾਰੀ ਅਸੀਂ ਵੀ ਸਟੇਜਾਂ ਤੋਂ ਕਹਿੰਦੇ ਹਾਂ ਬਈ ਇਨਸਾਨ ਖਾਲੀ ਹੱਥ ਆਇਆ ਇਸ ਸੰਸਾਰ ਦੇ ਵਿੱਚ ਤੇ ਖਾਲੀ ਹੱਥ ਜਾਵੇਗਾ। ਪਰ ਪਿਆਰਿਓ, ਖਾਲੀ ਹੱਥ ਆਉਂਦਾ ਜ਼ਰੂਰ ਹੈ, ਇਸ ਸੰਸਾਰ ਦੇ ਵਿੱਚੋਂ ਖਾਲੀ ਹੱਥ ਜਾਂਦਾ ਕੋਈ ਨਹੀਂ। ਆਪਾਂ ਦੇਖਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ ਕਿ ਤੇਰਾ ਲੇਖਾ ਹੋਵੇਗਾ। ਲੇਖਾ ਤਾਂ ਹੀ ਹੋਵੇਗਾ ਨਾ ਜੇ ਇਨਸਾਨ ਕੁਝ ਲੈ ਕਰਕੇ ਜਾਵੇਗਾ। ਇੱਥੋਂ ਲੈ ਕਰਕੇ ਜਾਂਦਾ ਆਪਣੇ ਗੁਣ ਤੇ ਅਵਗੁਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਸਾਰਾ ਅਵਗੁਣਾਂ ਦੀ ਗਠੜੀ ਤਾਂ ਬੰਨ੍ਹਦਾ ਰਹਿੰਦਾ, ਗੁਣ ਜਿਹੜਾ ਹੈ ਉਹ ਕੋਈ ਇਕੱਤਰ ਨਹੀਂ ਕਰਦਾ। ਗੁਣ ਤੇ ਅਵਗੁਣ ਲੈ ਕਰਕੇ ਜਾਂਦਾ। ਜਿਹੜਾ ਚੰਗੇ ਗੁਣਾਂ ਦਾ ਮਾਲਕ ਹੋਇਆ ਕਰਦਾ ਗੁਣ ਲੈ ਜਾਇਆ ਕਰਦਾ ਹੈ, ਅਵਗੁਣਾਂ ਦਾ ਮਾਲਕ ਅਵਗੁਣ ਲੈ ਜਾਇਆ ਕਰਦਾ ਹੈ। ਫਿਰ ਇੱਕ ਗੱਲ ਹੋਰ ਕਹਿੰਦੇ ਆ ਬਈ ਇਨਸਾਨ ਇਸ ਸੰਸਾਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਨਾ, ਤੇ ਜੇ ਉਸ ਨੂੰ ਤੈਰਨਾ ਨਹੀਂ ਆਉਂਦਾ ਤੇ ਉਹ ਮੌਤ ਨੂੰ ਅਵਸ਼ ਪ੍ਰਾਪਤ ਹੋਵੇਗਾ। ਜਾਨਵਰ ਨੂੰ ਬੇਸ਼ੱਕ ਤੈਰਨਾ ਨਾ ਵੀ ਆਉਂਦਾ ਹੋਵੇ, ਉਹ ਡੁੱਬਦਾ ਨਹੀਂ ਕਦੀ। ਆਪਾਂ ਦੇਖਿਆ ਬੜੇ ਬੜੇ ਜਾਨਵਰ ਪਾਣੀ ਦੇ ਵਿੱਚ ਤੈਰ ਜਾਂਦੇ ਨੇ। ਇੱਕ ਸਮਾਂ ਇਨਸਾਨ ਦਾ ਵੀ ਆਉਂਦਾ ਜਦੋਂ ਇਨਸਾਨ ਤੈਰਦਾ ਹੈ। ਜੇ ਨਹੀਂ ਵੀ ਤੈਰਨਾ ਆਉਂਦਾ, ਇੱਕ ਸਮਾਂ ਆਉਂਦਾ ਹੈ ਵੀ ਉਸ ਦੇ ਜੀਵਨ ਦੇ ਵਿੱਚ ਵੀ ਉਹ ਤੈਰਦਾ ਹੈ। ਉਹ ਕਦੋਂ ਹੈ? ਜਦੋਂ ਇਸ ਦਾ ਹੰਕਾਰ ਜਿਹੜਾ ਮਾਰਿਆ ਜਾਂਦਾ ਹੈ, ਭਾਵ ਇਸ ਦੇ ਅੰਦਰੋਂ ਮੈਂ ਜਿਹੜੀ ਉਹ ਚਲੇ ਜਾਂਦੀ ਹੈ। ਜਦੋਂ ਇਸ ਦਾ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ, ਇਸ ਦੀ ਬਾਡੀ ਨੂੰ ਪਾਣੀ ਬਾਹਰ ਸੁੱਟ ਦਿੰਦਾ ਹੈ, ਉਦੋਂ ਵੀ ਤੈਰਦਾ ਹੈ। ਜਿੰਨੀ ਦੇਰ ਤੱਕ ਇਸ ਇਨਸਾਨ ਦੇ ਜੀਵਨ ਦੇ ਵਿੱਚ ਹੰਕਾਰ ਹੈ, ਉਨੀ ਦੇਰ ਤੱਕ ਡੁੱਬੇਗਾ। ਹੁਣ ਸਿੱਧਾਂ ਦੇ ਜੀਵਨ ਦੇ ਵਿੱਚ ਵੀ ਹੰਕਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ। ਇੱਕ ਤੋਂ ਇੱਕ ਝੜੰਦੀਆਂ ਜਿਹੜੀਆਂ ਉਹ ਆਪਣੇ ਵਿੱਚ ਰਿੱਧੀਆਂ ਸਿੱਧੀਆਂ ਦੇ ਮਾਲਕ ਬਣੇ ਬੈਠੇ ਨੇ ਨਾ, ਕੋਸ਼ਿਸ਼ਾਂ ਕਰਦੇ ਨੇ ਕਿਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿੱਤ ਕਰਕੇ ਨੀਵਾਂ ਦਿਖਾਇਆ ਜਾਵੇ। ਉਹ ਸਥਾਨ ਨਾਨਕ ਪਤਾ, ਉੱਥੋਂ ਹਾਰੇ ਨੇ ਤੇ ਰੀਠਾ ਸਾਹਿਬ ਪਹੁੰਚ ਗਏ ਨੇ। ਆਪ ਜੀ ਕੱਲ ਤੱਕ ਸਰਵਣ ਕਰ ਰਹੇ ਸੀ ਵੀ ਉੱਥੇ ਇੱਕ ਦਰਖਤ ਹੈ, ਇੱਕ ਦਰਖਤ ਨੂੰ ਹੀ ਇੱਕ ਪਾਸੇ ਮਿੱਠੇ ਰੀਠੇ, ਜਿੱਧਰਲੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਰੀਠੇ ਨੇ, ਤੇ ਜਿੱਧਰ ਸਿੱਧ ਬੈਠੇ ਹੋਏ ਨੇ ਉਧਰ ਕੌੜੇ ਰੀਠੇ ਨੇ। ਗੁਰੂ ਪਿਆਰਿਓ, ਮੈਂ ਆਪਣੇ ਆਪ ਇਹ ਤਜਰਬਾ ਕਰਕੇ ਆਇਆ, ਆਪ ਤਜਰਬਾ। ਜਿਹੜਾ ਦਰਖਤ ਬੇਸ਼ੱਕ ਅੱਜ ਉਹ ਸੁੱਕ ਗਿਆ, ਉਸੇ ਦਰਖਤ ਦੇ ਵਿੱਚੋਂ ਫੇਰ ਪੈਦਾ ਹੋਏ ਨੇ ਦਰਖਤ। ਜਿਹੜਾ ਦਰਖਤ ਗੁਰੂ ਦੇ ਚਰਨਾਂ ਦੇ ਵਿੱਚ ਲੱਗਾ ਹੋਇਆ ਨਾ ਅੱਜ ਵੀ, ਉਹਦੇ ਰੀਠੇ ਮਿੱਠੇ ਨੇ। ਮੈਂ ਗਿਆ ਸੀ ਫਰਵਰੀ ਦੇ ਮਹੀਨੇ, ਤੇ ਮੈਂ ਬਾਹਰਲੇ ਪਾਸੇ ਜਿੱਥੋਂ ਐਂਟਰ ਹੋਈਦਾ ਨਾ ਗੁਰਦੁਆਰਾ ਸਾਹਿਬ, ਉੱਥੇ ਇੱਕ ਰੀਠੇ ਦਾ ਦਰਖਤ ਹੈ। ਮੈਂ ਉੱਥੋਂ ਰੀਠੇ ਤੋੜ ਲਿਆ, ਤੇ ਮੈਨੂੰ ਉੱਥੇ ਇੱਕ ਸੇਵਾਦਾਰ ਨਹੀਂ ਕਹਿੰਦੀ, ਬੀਬੀ ਕਹਿੰਦੀ ਇਹਨੂੰ ਖਾਇਓ ਨਾ, ਇਹ ਕੌੜਾ ਹੋਵੇਗਾ। ਪਰ
ਮਨ ਕਿੱਥੇ ਮੰਨਦਾ ਹੈ? ਕਹਿੰਦੇ ਤਜਰਬਾ ਕਰਕੇ ਤਾਂ ਦੇਖੀਏ ਨਾ। ਇਹ ਮਨ ਹੈ ਨਾ, ਮੈਂ ਮੂੰਹ ਦੇ ਵਿੱਚ ਪਾ ਲਿਆ, ਜ਼ਹਿਰ ਵਰਗਾ ਕੌੜਾ ਸੀ, ਪਰ ਉਧਰ ਉਹ ਰੀਠੇ ਮਿੱਠੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੇ। ਇਹੋ ਜਿਹੇ ਕੌੜੀਆਂ ਇਨਸਾਨਾਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਿਠਾਸ ਭਰ ਦਿੰਦੇ ਨੇ। ਇਨਸਾਨ ਕਿੰਨਾ ਵੀ ਕੌੜਾ ਹੋਵੇ ਨਾ, ਉਹਦੇ ਵਿੱਚ ਵੀ ਜ਼ਹਿਰ ਵੀ ਉਗਲਦਾ ਹੋਵੇ, ਉਹਦੇ ਵਿੱਚ ਵੀ ਮਿਠਾਸ ਭਰ ਸਕਦੇ ਨੇ। ਇਹ ਰਹਿਮਤ ਕਿਰਪਾ ਦ੍ਰਿਸ਼ਟੀ ਜਿਸ ਦਿਨ ਹੋਵੇਗੀ ਨਾ, ਉਸੇ ਦਿਨ ਹੀ ਬਖਸ਼ਿਸ਼ ਹੋਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਫੇਰ ਵਾਪਸ ਉਸੇ ਸਥਾਨ ਤੇ ਆ ਗਏ, ਨਾਨਕ ਮਤੇ ਦੇ ਸਥਾਨ ਤੇ, ਜਿਹਨੂੰ ਉਸ ਸਮੇਂ ਗੋਰਖ ਮਤਾ ਕਿਹਾ ਜਾਂਦਾ ਸੀ। ਤੇ ਸਿੱਧ ਹੁਣ ਫੇਰ ਚਲਾਕੀਆਂ ਕਰਨ ਲੱਗੇ ਨੇ, ਕਿਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰਾਇਆ ਜਾਵੇ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਨੀਵਾਂ ਦਿਖਾਇਆ ਜਾਵੇ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਗੋਰਖਨਾਥ ਦੇ ਚਰਨੀ ਪਾਇਆ ਜਾਵੇ। ਪਰ ਉਹ ਨਹੀਂ ਜਾਣਦੇ ਵੀ ਤੇ ਆਪ ਨਿਰੰਕਾਰ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਉਹ ਪਰਮੇਸ਼ਰ ਆਇਆ ਇਸ ਸੰਸਾਰ ਦੇ ਵਿੱਚ। ਔਰ ਖਾਸ ਕਰਕੇ ਤੁਹਾਡੇ ਵਰਗਿਆਂ ਨੂੰ ਸੁਧਾਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਜੀਵਨ ਪੜ੍ਹੀਦਾ ਨਾ, ਇਤਿਹਾਸ ਸੁਣਦੇ ਆ ਰਹੇ ਹੋ ਆਪ ਜੀ, ਪਾਤਸ਼ਾਹ ਜੀ ਨੇ 3 ਜਿਹੜੇ ਮੁਖੀ ਸਨ ਨਾ ਧਰਮਾਂ ਦੇ, ਉਹਨਾਂ ਨੂੰ ਸੁਧਾਰਨ ਦਾ ਯਤਨ ਕੀਤਾ ਹੈ, ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਦਰਜ ਕਰਦੇ ਨੇ। ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕੇ ਬੰਦ। ਤਿੰਨੋਂ ਹੀ ਮੱਕੇ ਗਏ ਨੇ, ਹਰਿਦੁਆਰ ਗਏ ਨੇ, ਤੇ ਫਿਰ ਸਵੇਰ ਪਰਬਤ ਤੇ ਚੜ ਗਏ ਨੇ। ਤਿੰਨਾਂ ਨੂੰ ਸੁਧਾਰਨ ਦਾ ਯਤਨ ਕੀਤਾ ਹੈ। ਕਿਵੇਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਤੋਂ ਵਰਜ ਕਰਕੇ ਲੋਕਾਂ ਦਾ ਭਲਾ ਕਰਨ ਦੇ ਲਈ ਦਰਸਾਉਂਦੇ ਨੇ, ਦੱਸਦੇ ਨੇ। ਆਓ ਮੰਚ ਤੇ ਵਿਰਤੀਆਂ ਇਕਾਗਰ ਕਰਕੇ ਅਗਲੀ ਜੋ ਕਥਾ ਚੱਲ ਰਹੀ ਹੈ, ਪ੍ਰਸੰਗ ਚੱਲ ਰਿਹਾ, ਉਸ ਦੇ ਵਿੱਚ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੀ ਅਜ਼ਮਤ ਅਧਿਕ ਨਿਹਾਰੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿੱਚ ਉਹਨਾਂ ਸਿੱਧਾਂ ਨੇ ਬੜੀ ਕਰਾਮਾਤ ਦੇਖੀ ਹੈ। ਹੈਰਾਨ ਹੁੰਦੇ ਨੇ ਵੀ ਐਡੀ ਕਰਾਮਾਤ ਦੇ ਮਾਲਕ ਫਿਰ ਵੀ ਕੋਸ਼ਿਸ਼ ਕਰਦੇ ਨੇ ਕਿਸੇ ਤਰ੍ਹਾਂ ਇਹਨਾਂ ਨੂੰ ਜਿੱਤ ਲਈਏ ਜੀ। ਜਰੀ ਨਾ ਜਾਏ ਜਰੈ ਉਰ ਪਹਾਰੀ। ਪਰ ਉਹ ਕਰਾਮਾਤ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਧਾਂ ਤੋਂ ਜੜੀ ਨਹੀਂ ਜਾਂਦੀ, ਜਰੀ ਨਹੀਂ ਜਾਂਦੀ, ਤੇ ਅੰਦਰ ਹੀ ਅੰਦਰ ਸੜਦੇ ਨੇ। ਅੱਗ ਬਲਦੀ ਹੈ ਉਹਨਾਂ ਦੇ ਹੰਕਾਰ ਦੇ ਅੰਦਰ, ਸੜ ਰਹੇ ਹਨ। ਦਿਨ ਬੀਤਿਓ ਰਜਨੀ ਪੀ ਜਬ ਹੀ। ਜਿਸ ਸਮੇਂ ਦਿਨ ਲੰਘ ਗਿਆ ਤੇ ਰਾਤ ਵੀ ਲੰਘੀ ਹੈ, ਇੱਕ ਰਾਤ ਤੇ ਇੱਕ ਦਿਨ ਲੰਘਿਆ ਤੇ ਅਗਲੀ ਰਾਤ ਆਈ ਹੈ ਜੀ। ਮਿਲ ਕੇ ਛਲ ਕੀਨੋ ਇੱਕ ਤਬ ਹੀ। ਰਾਤ ਦੇ ਸਮੇਂ ਕੋਸ਼ਿਸ਼ ਕੀਤੀ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁਣ ਧੋਖਾ ਕਰੀਏ, ਇਹਨਾਂ ਦੇ ਨਾਲ ਕੋਈ ਫਰੇਬ ਕਰੀਏ, ਛਲ ਕਰਦੇ ਹਨ। ਖਨ ਧਰਨੀ ਬਾਲਕ ਬੈਠਾਇਓ। ਧਰਤੀ ਦੇ ਵਿੱਚ ਇੱਕ ਟੋਆ ਪੁੱਟਿਆ, ਟੋਆ ਪੁੱਟ ਕਰਕੇ ਉਸ ਟੋਏ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਬਿਠਾ ਦਿੱਤਾ ਗਿਆ। ਉੱਪਰ ਤੇ ਇੱਕ ਸਾਰ ਬਣਾਇਓ। ਤੇ ਫਿਰ ਉਸ ਬੱਚੇ ਨੂੰ ਥੱਲੇ ਬਿਠਾ ਕਰਕੇ ਨਾ ਉੱਪਰ ਕੋਈ ਫੱਟਾ ਇਤਿਆਦਿਕ ਦੇ ਕਰਕੇ ਮਿੱਟੀ ਪਾ ਦਿੱਤੀ ਹੈ, ਧਰਤੀ ਇੱਕ ਸਾਰ ਬਣਾ ਦਿੱਤੀ। ਅੱਜ ਵੀ ਜਾ ਕਰਕੇ ਦੇਖੋ ਨਾਨਕ ਮਤੇ ਦੇ ਸਥਾਨ ਦੇ ਉੱਪਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉੱਥੇ ਨਜ਼ਦੀਕ ਹੀ ਪਿਛਲੇ ਪਾਸੇ ਉਹ ਸਥਾਨ ਬਣਿਆ ਹੋਇਆ ਹੈ। ਟੋਆ ਪੁੱਟਿਆ, ਬੱਚਾ ਬਿਠਾ ਦਿੱਤਾ ਟੋਏ ਦੇ ਵਿੱਚ, ਉੱਪਰ ਮਿੱਟੀ ਪਾ ਦਿੱਤੀ ਹੈ, ਬਿਠਾ ਕਰਕੇ ਧਰਤੀ ਬਰਾਬਰ ਕਰ ਦਿੱਤੀ। ਅਸ ਕਰ ਪ੍ਰਭ ਸੋ ਕਹਿਓ ਬਹੋਰੀ। ਤੇ ਇਸ ਪ੍ਰਕਾਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੁਬਾਰਾ ਕਹਿਣਾ ਕੀਤਾ, ਚਾਹੋ ਹੋ ਜੇ ਪੂਜਾ ਨਿਜ ਸਭ ਠੌਰੀ। ਤੇ ਜੇ ਤੁਸੀਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਆਪਣੀ ਪੂਜਾ ਕਰਵਾਉਣਾ ਚਾਹੁੰਦੇ ਹੋ ਨਾ, ਆਪਣਾ ਸਤਿਕਾਰ ਕਰਵਾਉਣਾ ਚਾਹੁੰਦੇ ਹੋ, ਧਰਨੀ ਕੋ ਬੁਲਾਏ ਬਿਨ ਦੇਰੀ। ਤੇ ਤੁਸੀਂ ਧਰਤੀ ਨੂੰ ਬਿਨਾਂ ਦੇਰੀ ਬੁਲਾਉਣਾ ਕਰੋ। ਧਰਤੀ ਦੇ ਵਿੱਚ ਆਵਾਜ਼ ਮਾਰੋ। ਕੀ ਆਵਾਜ਼ ਮਾਰਨੀ ਹੈ? ਬੂਝ ਲੈ ਹੋ ਇਹ ਹੈ ਕਿਸ ਕੇਰੀ। ਪੁੱਛ ਲਵੋ ਇਹਨਾਂ ਤੋਂ, ਇਸ ਧਰਤੀ ਤੋਂ ਪੁੱਛ ਲਵੋ ਇਹ ਧਰਤੀ ਕਿਹਦੀ ਹੈ, ਤੁਹਾਡੀ ਹੈ ਕਿ ਸਾਡੀ ਹੈ? ਇਹ ਧਰਤੀ ਆਵਾਜ਼ ਦਵੇਗੀ ਤੁਹਾਨੂੰ ਵੀ ਇਹ ਧਰਤੀ ਕਿਹਦੀ ਹੈ। ਉੱਤਰ ਦੇ ਕੇ ਹੈ ਮੈਂ ਤੇਰੀ। ਜੇ ਇਹ ਤੁਹਾਨੂੰ ਉੱਤਰ ਦੇ ਦੇਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਤੇਰੀ ਧਰਤੀ ਹਾਂ, ਆਪ ਪੁਜਾਵੋ ਕੋਏ ਨਾ ਫੇਰੀ। ਫਿਰ ਤੁਸੀਂ ਆਪਣੀ ਆਪ ਦੀ ਕਰਵਾ ਲੈਗਾ। ਕਰਦੇ ਨੇ ਅੱਜ ਵੀ ਜਾਦੂਗਰ, ਜਾਦੂ ਦਿਖਾਉਂਦੇ ਨੇ ਨਾ। ਧਰਤੀ ਪੁੱਟ ਲਈ, ਥੱਲੇ ਛੋਲੇ ਰੱਖ ਦਿੱਤੇ, ਉੱਪਰ ਕੋਈ ਮੂਰਤ ਰੱਖ ਦਿੱਤੀ, ਉੱਪਰੋਂ ਪਾਣੀ ਪਾਈ ਗਏ। ਉਹ ਜਿਵੇਂ ਜਿਵੇਂ ਛੋਲੇ ਫੁੱਲਦੇ ਨੇ ਨਾ, ਮੂਰਤ ਬਾਹਰ ਨੂੰ ਆ ਜਾਂਦੀ ਹੈ, ਮੂਰਤੀ। ਤੇ ਕਹਿੰਦੇ ਦੇਖੋ ਧਰਤੀ ਦੇ ਵਿੱਚੋਂ ਮੂਰਤੀ ਪ੍ਰਗਟ ਹੋ ਗਈ। ਇਸੇ ਪ੍ਰਕਾਰ ਸਿੱਧ ਛਲ ਕਰਦੇ ਨੇ, ਕਹਿੰਦੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਦੇਖਦੇ ਆ ਤੁਹਾਡੀ ਕਿ ਧਰਤੀ ਕਹਿੰਦੀ ਹੈ ਵੀ ਤੁਹਾਡੀ ਮੈਂ ਪੂਜਾ ਕਰਾਂਗੀ, ਤੁਸੀਂ ਪੂਜਾ ਕਰਵਾਓਗੇ ਜਾਂ ਇਹ ਸਿੱਧ ਕਰਵਾਉਣਗੇ।
ਜੇ ਨਿਜ ਵਿਖੇ ਸ਼ਕਤ ਨਹਿ ਪਾਵ ਤੇ ਹੈ ਜੇ ਤੁਹਾਡੇ ਵਿੱਚ ਇਹ ਤਾਕਤ ਨਾ ਹੋਈ, ਜੇ ਤੁਸੀਂ ਧਰਤੀ ਨੂੰ ਨਾ ਬੁਲਾ ਸਕੇ, ਜੇ ਧਰਤੀ ਤੁਹਾਡੀ ਕਹੇ ਨਹੀਂ ਮੈਂ ਤੇਰੀ ਨਹੀਂ ਹਾਂ ਜੀ, ਕਹੋ ਹਮ ਸੰਗ ਬੁਲਾਏ ਦਿਖਾਵ ਹੈ ਫਿਰ ਸਾਨੂੰ ਕਹਿਣਾ ਅਸੀਂ ਇਕੱਠੇ ਹੋ ਕਰਕੇ ਸਾਰੇ ਧਰਤੀ ਨੂੰ ਬੁਲਾ ਕਰਕੇ ਦਿਖਾ ਦੇਵਾਂਗੇ। ਸੁਨ ਮੁਸਕਾਨੇ ਸ਼੍ਰੀ ਗੁਣ ਖਾਨੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਪਾਗਲਾਂ ਦੀਆਂ ਗੱਲਾਂ ਵੀ ਸੁਣਦੇ ਨੇ ਤੇ ਮੰਦ ਮੁਸਕਰਾਉਂਦੇ ਵੀ ਨੇ, ਕੀ ਕਰ ਰਹੇ ਨੇ ਪਾਗਲ, ਇਹਨਾਂ ਨੂੰ ਪਤਾ ਨਹੀਂ ਵੀ ਕਿਹਦੇ ਨਾਲ ਆੜ ਕਰਕੇ ਤੁਸੀਂ ਮੱਥਾ ਲਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕਰਕੇ ਕਹਿਣ ਲੱਗੇ, ਤਿਨ ਕੇ ਸੰਗ ਪਨੀ ਇਮ ਬਾਨੀ। ਉਹਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਫਿਰ ਵਚਨ ਕੀਤੇ। ਸ਼ਕਤਵਾਨ ਏਕੈ ਜਗਤੇਸ਼ਾ। ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਤਾਕਤਵਰ ਜਾਣਦੇ ਹੋ, ਇਸ ਸੰਸਾਰ ਦੇ ਵਿੱਚ ਤਾਕਤਵਰ ਇੱਕੋ ਹੀ ਹੈ, ਉਹ ਪ੍ਰਮਾਤਮਾ ਹੈ, ਸਾਰੀ ਸ਼ਕਤੀਆਂ ਦਾ ਮਾਲਕ। ਆਪਣੇ ਆਪ ਨੂੰ ਸ਼ਕਤੀਵਾਨ ਸਮਝਦੇ ਹੋ ਨਾ, ਤੁਸੀਂ ਇੰਨੇ ਸ਼ਕਤੀਵਾਨ ਨਹੀਂ, ਉਹ ਪ੍ਰਮਾਤਮਾ ਇੱਕ ਸ਼ਕਤੀ ਦਾ ਮਾਲਕ ਹੈ ਜੀ। ਹਮਰੇ ਬਿਖੈ ਨਾ ਪਾਈਤ ਲੇਸ਼ਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਿੱਚ ਤੇ ਸਾਡੇ ਵਿੱਚ ਬਿਲਕੁਲ ਵੀ ਰੰਚਕ ਮਾਦ ਭੇਦ ਨਹੀਂ ਹੈ ਜੀ। ਅਜ਼ਮਤ ਕੋ ਹੰਕਾਰ ਤੁਮਾਰੇ। ਤੁਹਾਡੇ ਵਿੱਚ ਰਿੱਧੀਆਂ ਸਿੱਧੀਆਂ ਦਾ ਹੰਕਾਰ ਹੈ, ਕਰਾਮਾਤ ਦਾ ਹੰਕਾਰ ਭਰਿਆ ਹੋਇਆ ਹੈ ਜੀ। ਹਮ ਹੈ ਦਿਖਾਵੋ ਦੇਖਨ ਹਾਰੇ। ਤੁਸੀਂ ਦਿਖਾ ਦਿਓ ਸਾਨੂੰ ਜਿਹੜਾ ਹੰਕਾਰ ਭਰਿਆ ਹੋਇਆ, ਤੁਸੀਂ ਕਹਿੰਦੇ ਹੋ ਸਾਡੀ ਧਰਤੀ ਹੈ, ਤੁਸੀਂ ਦਿਖਾ ਦਿਓ, ਪਹਿਲੋਂ ਤੁਸੀਂ ਬੁਲਾ ਲਓ ਧਰਤੀ ਨੂੰ। ਸੁਣ ਕੈ ਸਿੱਧਨ ਗਿਰਾ ਉਚਾਰੀ। ਇਹ ਸੁਣ ਕਰਕੇ ਸਿੱਧ ਆਪਣੇ ਮੁਖ ਦੇ ਵਿੱਚੋਂ ਬੋਲਣ ਲੱਗੇ, ਉਚਾਰਨ ਲੱਗੇ, ਜੇ ਧਰਨੀ ਤੂੰ ਹੈ ਹਮਾਰੀ। ਇਹ ਧਰਤੀ ਜੇ ਤੂੰ ਸਾਡੀ ਹੈ ਤਾਂ ਤੋ ਉੱਤਰ ਦੀਜੈ ਤ੍ਰੈ ਵਾਰੀ। ਤੇ ਫਿਰ 3 ਵਾਰੀ ਤੂੰ ਇਹ ਉੱਤਰ ਦੇਣਾ ਕਰ। ਮੈਂ ਸਿੱਧਨ ਕੀ ਕਹੂੰ ਪੁਕਾਰੀ। ਪੁਕਾਰ ਪੁਕਾਰ ਕਰਕੇ ਕਹਿਣਾ ਕਰ ਵੀ ਮੈਂ ਧਰਤੀ ਸਿੱਧਾ ਦੀ ਹਾਂ, ਹੋਰ ਕਿਸੇ ਦੀ ਨਹੀਂ ਹਾਂ। ਸੁਨ ਸਿਸ ਬੋਲਿਓ ਧਰਨ ਮਜਾਰੀ। ਤੇ ਹੁਣ ਜਦੋਂ ਬਾਹਰੋਂ ਆਵਾਜ਼ ਮਾਰੀ ਹੈ ਨਾ, ਅੰਦਰ ਜਿਹੜਾ ਬਾਲਕ ਬੈਠਾ ਹੋਇਆ ਸੀ, ਉਹ ਆਵਾਜ਼ ਸੁਣ ਕਰਕੇ ਅੰਦਰੋਂ ਧਰਤੀ ਦੇ ਵਿੱਚੋਂ ਆਵਾਜ਼ ਦੇ ਕਰਕੇ ਕਹਿਣ ਲੱਗਾ, ਮੈਂ ਸਿੱਧਨ ਕੀ ਨਿਤ ਅਨੁਸਾਰੀ। ਮੈਂ ਤਾਂ ਹਮੇਸ਼ਾ ਸਿੱਧਾਂ ਦੇ ਅਨੁਸਾਰ ਰਹਿਣ ਵਾਲੀ ਹਾਂ, ਸਿੱਧਾਂ ਦੀ ਧਰਤੀ ਹਾਂ। ਦੂਤੀ ਬਾਰ ਸਿੱਧ ਬੂਝਣ ਲਾਗੇ। ਹੁਣ ਦੂਜੀ ਵਾਰ ਸਿੱਧ ਫੇਰ ਪੁੱਛਣ ਲੱਗੇ ਹਨ, ਬੋਲਿਓ ਬਾਲਕ ਜਿਉ ਕਹਿ ਆਗੈ। ਫਿਰ ਜਿਵੇਂ ਅੱਗੇ ਕਿਹਾ ਸੀ ਨਾ ਵੀ ਮੈਂ ਸਿੱਧਾਂ ਦੀ ਹਾਂ, ਉਸੇ ਤਰ੍ਹਾਂ ਬਾਲਕ ਫੇਰ ਬੋਲ ਪਿਆ ਦੂਸਰੀ ਵਾਰੀ ਵੀ, ਮੈਂ ਧਰਤੀ ਹਾਂ ਤੇ ਮੈਂ ਸਿੱਧਾਂ ਦੀ ਹਾਂ। ਤੀਸਰ ਬਾਰ ਉਦਿਤ ਪਾ ਜਬ ਹੀ। ਤੇ ਜਦੋਂ ਤੀਸਰੀ ਵਾਰੀ ਆਈ ਹੈ, ਤੀਸਰੀ ਵਾਰੀ ਬੁਲਾਉਣ ਲੱਗੇ ਹਨ, ਪੂਰਬ ਸਤਿਗੁਰ ਬੋਲੇ ਤਬ ਹੀ। ਉਹਨਾਂ ਦੇ ਕਹਿਣ ਤੋਂ ਪਹਿਲੋਂ ਹੀ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਅਬ ਲੋ ਬੋਲਨ ਉਚਿਤ ਰਹਿਓਈ। ਜੇ ਹੁਣ ਬੋਲ ਕਰਕੇ ਦਿਖਾਵੇ ਨਾ ਤਾਂ ਤੁਹਾਡੀ ਧਰਤੀ ਹੋਵੇਗੀ। ਹੁਣ ਬੋਲ ਕਰਕੇ ਦਿਖਾਵੇ ਧਰਤੀ, ਜਿਹੜੀ ਧਰਤੀ ਦਾ ਤੁਸੀਂ ਮਾਣ ਕਰਦੇ ਹੋ ਨਾ, ਆ ਹੁਣ ਬੋਲੇਗੀ ਤੀਸਰੀ ਵਾਰੀ, ਫੇਰ ਮੈਂ ਮੰਨਾਂਗਾ ਵੀ ਤੁਹਾਡੀ ਧਰਤੀ ਹੈ। ਸੁਨਤ ਪਇਓ ਮੇਰੇ ਤੱਕ ਸਿਸ ਸੋਈ। ਇੰਨੀ ਗੱਲ ਸੁਣਦੇ ਆ, ਜਿਹੜਾ ਬੱਚਾ ਧਰਤੀ ਦੇ ਵਿੱਚ ਦੱਬਿਆ ਸੀ ਉਹ ਮੌਤ ਨੂੰ ਪ੍ਰਾਪਤ ਹੋ ਗਿਆ। ਇੰਨੀ ਗੱਲ ਸੁਣਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਹੁਣ ਬੋਲ ਲਈ ਨਿਕਲੇਗਾ, ਤੇ ਬੋਲ ਲਈ ਨਿਕਲਿਆ। ਮਹਾਰਾਜ ਜੀ ਜਾਣਦੇ ਨੇ, ਤੀਜੀ ਵਾਰੀ ਆਵਾਜ਼ ਨਹੀਂ ਆਈ ਹੈ ਜੀ। ਉੱਤਰ ਨ ਆਇਓ ਬਹੁਰ ਬੁਲਾਏ। ਬਹੁਤ ਵਾਰੀ ਆਵਾਜ਼ਾਂ ਮਾਰੀਆਂ ਉਹਨਾਂ ਸਿੱਧਾਂ ਨੇ, ਪਰ ਥੱਲਿਓਂ ਧਰਤੀ ਦੇ ਵਿੱਚੋਂ ਕੋਈ ਉੱਤਰ ਨਹੀਂ ਆ ਰਿਹਾ ਹੈ। ਸਰਬ ਸਿੱਧ ਮਨ ਮੈਂ ਬਿਸਮਾਏ। ਸਾਰੇ ਸਿੱਧ ਜਿਹੜੇ ਸਨ ਉਹ ਮਨ ਹੀ ਮਨ ਹੈਰਾਨ ਹੁੰਦੇ ਹਨ। ਏਤਿਕ ਚਿਰ ਮਹਿ ਮਰਿਓ ਨਿਕਾਰਿਓ। ਹੁਣ ਥੋੜਾ ਜਿਹਾ ਚਿਰ ਲੱਗਾ ਹੈ, ਬੈਠੇ ਰਹੇ ਨੇ, ਫੇਰ ਹਾਰ ਕਰਕੇ ਜਦੋਂ ਹਾਰੇ ਨੇ ਨਾ, ਪਤਾ ਲੱਗ ਗਿਆ ਵੀ ਹੁਣ ਹਾਰ ਗਏ, ਫਿਰ ਧਰਤੀ ਪੁੱਟੀ ਹੈ ਤੇ ਉਹਦੇ ਵਿੱਚੋਂ ਬਾਲਕ ਮਰੇ ਹੋਏ ਨੂੰ ਕੱਢਿਆ ਹੈ। ਲੱਜਿਤ ਹੋਵੇ ਸਿੱਧਨ ਬਲ ਹਾਰਿਓ। ਸ਼ਰਮਾ ਗਏ ਨੇ, ਸਾਰੀ ਤਾਕਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਜੋ ਰਿੱਧੀਆਂ ਸਿੱਧੀਆਂ ਦੀ ਸੀ ਉਹ ਹਾਰ ਗਏ ਹਨ। ਆਪ ਆਪਨੇ ਆਸਨ ਬੈਸੇ। ਹਾਰ ਕਰਕੇ ਹੁਣ ਪੱਲੇ ਤਾਂ ਕੁਝ ਰਿਹਾ ਨਹੀਂ, ਸਾਰੇ ਆਪੋ ਆਪਣੇ ਆਸਨਾਂ ਦੇ ਉੱਪਰ ਜਾ ਕਰਕੇ ਬੈਠ ਗਏ, ਕਿਉਂਕਿ ਇੰਨੀ ਵੀ ਤਾਕਤ ਨਹੀਂ ਵੀ ਉਸ ਬੱਚੇ ਨੂੰ ਜਿਉਂਦਾ ਕਰ ਲੈਣ। ਕਹਿੰਦੇ ਸੀ ਧਰਤੀ ਸਾਡੀ ਹੈ, ਧਰਤੀ ਆਵਾਜ਼ ਦੇਵੇਗੀ। ਉਹ ਜਿਹੜਾ ਬੱਚਾ ਆਵਾਜ਼ ਦੇ ਰਿਹਾ ਸੀ ਉਹ ਮੋਇਆ ਪਿਆ ਹੈ, ਤੇ ਉਸ ਨੂੰ ਵੀ ਜਿਉਂਦਾ ਨਹੀਂ ਕਰ ਸਕਦੇ। ਚੋਰ ਨਾਰ ਜਿਉ ਤੂਸ਼ਨ ਤੈਸੇ। ਇਹੋ ਜਿਹੇ ਸ਼ਕਲਾਂ ਬਣਾ ਕਰਕੇ ਬੈਠੇ ਨੇ ਸਿੱਧ, ਜਿਵੇਂ ਕਿਸੇ ਚੋਰ ਦੀ ਇਸਤਰੀ ਬੈਠੀ ਹੋਵੇ। ਪਤਾ ਲੱਗ ਜਾਵੇ ਨਾ ਬਾਹਰ ਵੀ ਚੋਰ ਨੇ ਚੋਰੀ ਕੀਤੀ ਹੈ, ਚੋਰ ਪਕੜਿਆ ਗਿਆ, ਘਰ ਦੇ ਵਿੱਚ ਉਹਦੀ ਘਰਵਾਲੀ ਕਿਹੋ ਜਿਹਾ ਮੁਖ ਬਣਾ ਕਰਕੇ ਬੈਠਦੀ ਹੈ, ਉਸੇ ਪ੍ਰਕਾਰ
ਉਹ ਸਿੱਧ ਬੈਠੇ ਹੋਏ ਹਨ। ਪ੍ਰਾਨਨਾਥ ਪੁਨ ਮੰਗਲ ਜੋਊ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਪ੍ਰਾਣਨਾਥ ਇੱਕ ਸਿੱਧ ਤੇ ਇੱਕ ਮੰਗਲਨਾਥ ਨਾਮ ਦਾ ਸਿੱਧ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਨ। ਪ੍ਰਭ ਸਮੀਪ ਆਏ ਚੱਲ ਦੋਊ। ਦੋਨੋਂ ਹੀ ਚੱਲ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਆਏ ਹਨ। ਬਿਨੈ ਪ੍ਰਸ਼ੰਸਾ ਅਧਿਕ ਉਚਾਰੀ। ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਿਮਰਤਾ ਸਹਿਤ ਹੱਥ ਜੋੜੇ ਨੇ, ਮਹਾਰਾਜ ਜੀ ਦੀ ਵਡਿਆਈ ਕੀਤੀ ਹੈ, ਪ੍ਰਸ਼ੰਸਾ ਕੀਤੀ ਹੈ ਜੀ। ਆਪ ਨਿਰੰਜਨ ਮੂਰਤ ਧਾਰੀ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਭੁੱਲ ਗਏ ਆਪ ਦਾ ਨਿਰੰਕਾਰ ਹੋ, ਪਰਮੇਸ਼ਰ ਹੋ, ਇਹ ਸਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ ਹੋ ਜੀ। ਮੁੰਦਾ ਔਰ ਖਰਾਉ ਜੋਊ। ਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਕੋਲ ਜਿਹੜੀਆਂ ਗੋਰਖਨਾਥ ਦੀਆਂ ਮੁੰਦਰਾਵਾਂ ਨੇ, ਮੁੰਦਰਾ ਤੇ ਉਹਦੀਆਂ ਖੜਾਵਾਂ ਜਿਹੜੀਆਂ ਹਨ, ਸਹਿਤ ਸ਼ਕਤ ਗੋਰਖ ਦੇਹੁ ਦੋਊ। ਤੇ ਤੀਜੀ ਜਿਹੜੀ ਗੋਰਖਨਾਥ ਦੀ ਸ਼ਕਤੀ ਤੁਸੀਂ ਆਪਣੇ ਵਸ ਦੇ ਵਿੱਚ ਕੀਤੀ ਹੋਈ ਆ, ਤਿੰਨੇ ਚੀਜ਼ਾਂ ਬਾਲਿਕ ਕੋ ਜੀਵਾਏ ਪੁਨ ਦੀਜੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਤਿੰਨੋਂ ਚੀਜ਼ਾਂ ਸਾਨੂੰ ਵਾਪਸ ਕਰ ਦਿਓ, ਮਿੰਤ ਦਾ ਵਾਸਤਾ ਹੈ। ਤੇ ਮਹਾਰਾਜ ਕਿਰਪਾ ਕਰੋ ਇਸ ਬੱਚੇ ਨੂੰ ਜਿਉਂਦਾ ਕਰ ਦਿਓ। ਸ਼੍ਰੀ ਨਾਨਕ ਜੀ ਕਰੁਣਾ ਕੀਜੈ। ਐ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਦਇਆ ਕਰੋ। ਹਾਰ ਗਏ ਨੇ ਨਾ, ਪਹਿਲੋਂ ਤਾਂ ਕੋਸ਼ਿਸ਼ ਨਹੀਂ ਕਰ ਰਹੇ ਸੀ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਪੈ ਕਰਕੇ ਮਨਾ ਲਈਏ। ਹੰਕਾਰੀ ਇਨਸਾਨ ਜਿੰਨੀ ਦੇਰ ਤੱਕ ਉਸ ਦਾ ਹੰਕਾਰ ਨਹੀਂ ਨਾ ਟੁੱਟਦਾ, ਉਨੀ ਦੇਰ ਤੱਕ ਗੁਰੂ ਘਰ ਦੇ ਵਿੱਚ ਆਣ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨੀ ਨਹੀਂ ਪੈਂਦਾ। ਹੰਕਾਰ ਦੀਆਂ ਗੱਲਾਂ ਕਰਦਾ ਹੈ, ਉਹ ਵੀ ਹੰਕਾਰੀ ਨੇ। ਤੇ ਹੁਣ ਹੰਕਾਰ ਟੁੱਟ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਆ ਕਰਕੇ ਪੈ ਗਏ। ਨਿਜ ਹੰਕਾਰ ਮੈਂ ਜਾਣਤ ਨਾਹੀ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਾਡੇ ਸਿੱਧ ਨੇ ਨਾ ਸਾਰੇ, ਉਹ ਆਪਣੇ ਹੰਕਾਰ ਦੇ ਵਿੱਚ ਤੁਹਾਨੂੰ ਪਛਾਣ ਨਹੀਂ ਸਕੇ ਹਨ। ਮੂਰਖ ਬਹੁਰ ਬਹੁਰ ਪਛੁਤਾਹੀ। ਹੁਣ ਮੂਰਖ ਨੇ ਬਾਰ-ਬਾਰ ਪਛਤਾਉਂਦੇ ਪਏ ਹਨ। ਦੋਹਰਾ ਜਾਨ ਆਪਨੇ ਈਠ ਦੋ ਬਿਨੈ ਸੁਨੀ ਪੁਨ ਕਾਨ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਨੋਂ ਹੱਥ ਜੋੜੇ ਹੋਏ ਨੇ ਉਹਨਾਂ ਨੇ, ਤੇ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਜਿਹੜੀ ਹੈ ਕੰਨ ਦੇ ਕਰਕੇ ਸੁਣੀ ਹੈ। ਮੁੰਦਾ ਸ਼ਕਤ ਖਰਾਉ ਜੋ ਤੀਨ ਦੀਨ ਤਿਨ ਪਾਨ। ਤੇ ਮਹਾਰਾਜ ਜੀ ਨੇ ਹੁਣ ਮੁੰਦਰਾਵਾਂ ਜਿਹੜੀਆਂ ਕੰਨ ਦੇ ਵਿੱਚ ਮੁੰਦਰਾ ਪਾਈ ਹੁੰਦੀ ਹੈ ਜੋਗੀਆਂ ਦੇ, ਉਹ ਖੜਾਵਾਂ ਗੋਰਖਨਾਥ ਦੀਆਂ, ਤੇ ਸ਼ਕਤੀ ਜਿਹੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਪਸ ਕਰ ਦਿੱਤੀ। ਬਿਗਸਤ ਬੋਲੇ ਬਚਨ ਕੋ ਬਹਰੋ ਕਿਰਪਾ ਨਿਧਾਨ। ਖੁਸ਼ ਹੋ ਕਰਕੇ ਵਚਨ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ, ਦਇਆ ਦੇ ਦਾਤੇ ਖਜ਼ਾਨੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ। ਸਾਗਰ ਮੈਂ ਇੱਕ ਬੂੰਦ ਜੋ ਪਰੀ ਨਾ ਪਰੀ ਸਮਾਨ। ਤੇ ਮਹਾਰਾਜ ਜੀ ਉਸ ਸਮੇਂ ਕਹਿਣ ਲੱਗੇ, ਕਹਿੰਦੇ ਵੀ ਭਾਈ ਸਮੁੰਦਰ ਜਿਹੜਾ ਨਾ ਗੁਣਾਂ ਦਾ ਭਰਿਆ ਹੋਵੇ, ਉਹਦੇ ਵਿੱਚ ਇੱਕ ਬੂੰਦ ਅਵਗੁਣ ਦੀ ਪੈ ਜਾਵੇ, ਚਾਹੇ ਉਹ ਪਈ ਤੇ ਚਾਹੇ ਨਾ ਪਈ, ਇੱਕ ਬਰਾਬਰ ਹੈ। ਇਸੇ ਪ੍ਰਕਾਰ ਇਹਨਾਂ ਸਿੱਧਾਂ ਦਾ ਹੰਕਾਰ ਸੀ। ਉਹ ਨਿਰੰਕਾਰ ਦਾ ਇਹ ਸਾਰਾ ਸੰਸਾਰ ਜੋ ਹੈ, ਜੇ ਤਾਂ ਮਾਲਕ ਬਣਿਆ ਉਹ ਪਰਮੇਸ਼ਰ ਹੈ, ਉਹ ਪਰਮੇਸ਼ਰ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਇਹਨਾਂ ਦੇ ਇੱਕ ਦੋ ਬੂੰਦਾਂ ਦੇ ਹੰਕਾਰ ਨਾਲ ਕੀ ਹੋਵੇਗਾ ਜੀ। ਚੌਪਈ ਇਹ ਖਰਾਉ ਸਿਸ ਸਿਰ ਲਾਵੋ। ਹੁਣ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜੇ ਤੁਸੀਂ ਉਸ ਬੱਚੇ ਨੂੰ ਜਿਉਂਦਾ ਕਰਨਾ ਹੈ ਨਾ, ਇਹ ਖੜਾਮ ਜਿਹੜੀ ਤੁਸੀਂ ਲੈ ਕਰਕੇ ਚੱਲੇ ਹੋ ਉਸ ਬੱਚੇ ਦੇ ਸਿਰ ਦੇ ਉੱਪਰ ਲਾਉਣੀ ਕਰੋ। ਤਤ ਛਿਨਤਾ ਕੋ ਜਾਏ ਜੀਵਾਵੋ। ਉਸੇ ਸਮੇਂ ਜਦੋਂ ਖੜਾਮ ਲਾਵੋਗੇ ਨਾ, ਉਸੇ ਸਮੇਂ ਉਹ ਬੱਚਾ ਜਿਉਂਦਾ ਹੋ ਜਾਵੇਗਾ। ਲੈ ਕੇ ਉਬੈ ਪ੍ਰਸ਼ੰਸਾ ਕਰਕੇ। ਤੇ ਇਸ ਪ੍ਰਕਾਰ ਤਿੰਨੋਂ ਹੀ ਚੀਜ਼ਾਂ ਲੈ ਕਰਕੇ ਮਹਾਰਾਜ ਜੀ ਦੀ ਵਡਿਆਈ ਕਰਕੇ ਗਮਨੇ ਦੋਨੋਂ ਹਰਖਿ ਔਰ ਭਰ ਕੇ। ਦੋਨੋਂ ਜਾਣੇ ਪ੍ਰਾਣਨਾਥ ਤੇ ਮੰਗਲਨਾਥ ਦੋਨੋਂ ਜਾਣੇ ਖੁਸ਼ ਹੋ ਕਰਕੇ ਵਾਪਸ ਤੁਰੇ ਹਨ। ਨੀਨੀ ਮੁੰਦਰਾ ਬਹੁਰ ਖਰਾਉ। ਤੇ ਉਹਨਾਂ ਨੇ ਮੁੰਦਰਾ ਤੇ ਖੜਾਵਾਂ ਜਿਹੜੀਆਂ ਨੇ ਵਾਪਸ ਦਿੱਤੀਆਂ। ਗੋਰਖ ਮੈਂ ਭਾ ਸ਼ਕਤ ਪ੍ਰਭਾਉ। ਤੇ ਗੋਰਖਨਾਥ ਦੇ ਵਿੱਚੋਂ ਸ਼ਕਤੀ ਸਾਰੀ ਵਾਪਸ ਹੋ ਗਈ। ਜਿਸ ਕੇ ਸੀਸ ਛੁਹਾਏ ਜਿਵਾਇਓ। ਤੇ ਉਸ ਬਾਲਕ ਦੇ ਸੀਸ ਦੇ ਉੱਪਰ ਉਹ ਖੜਾਮ ਛੁਹਾਈ ਹੈ, ਉਹਦੇ ਖੜਾਮ ਸੀਸ ਦੇ ਉੱਪਰ ਲਾਈ ਹੈ, ਤੇ ਉਸ ਬਾਲਕ ਨੂੰ ਜਿਉਂਦਾ ਕਰ ਰਿਹਾ। ਆਨ ਥਾਨ ਚੱਲਨੋ ਮਨ ਪਹਾਇਓ। ਤੇ ਹੁਣ ਜਿਉਂਦਾ ਕਰਕੇ ਥੱਕ ਹਾਰ ਗਏ ਨੇ ਨਾ, ਤਾਂ ਹੁਣ ਚਾਹੁੰਦੇ ਨੇ ਕਿ ਕਿਸੇ ਹੋਰ ਸਥਾਨ ਤੇ ਚੱਲੀਏ, ਕੋਈ ਹੋਰ ਚੇਲੇ ਬਣਾਈਏ ਆਪਣੇ, ਇੱਥੇ ਗੱਲ ਬਣਨੀ ਨਹੀਂ, ਦਾਲ ਗਲਣੀ ਨਹੀਂ ਹੈ। ਹੋਰ ਸਥਾਨ ਨੂੰ ਚਾਲੇ ਪਾ ਦਿੱਤੇ ਹਨ। ਸਭ ਮਿਲ ਕਹੀ ਆਦੇਸ਼ ਆਦੇਸ਼ਾ। ਤੇ ਸਾਰੇ ਹੀ ਇੱਕ ਦੂਸਰੇ ਨੂੰ ਮਿਲ ਕਰਕੇ ਆਦੇਸ਼ ਆਦੇਸ਼, ਇਹ ਸਿੱਧਾਂ ਦੀ ਬੋਲੀ ਹੈ। ਜਿੱਦਾਂ ਆਪਾਂ ਜਦੋਂ ਗੁਰਸਿੱਖ ਨੂੰ ਮਿਲਦਾ ਹੈ ਨਾ,
ਉਦੋਂ ਫਤਿਹ ਬੁਲਾਉਂਦਾ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬੋਲਾਂ ਨੂੰ ਨਾ, ਜੋ ਰਹਿਤਨਾਮਿਆਂ ਦੇ ਵਚਨ ਨੇ, ਉਹਨਾਂ ਨੂੰ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦੇ 4 ਮਿਲੇ 64 ਖਿਲੇ, ਮਿਲੇ 20 ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਧਿਆਨ ਦੇਣਾ, 4 ਮਿਲੇ, ਜਦੋਂ 2 ਗੁਰਸਿੱਖ ਮਿਲਦੇ ਨੇ ਨਾ, 2 ਉਸ ਦੇ ਨੇਤਰ ਤੇ 2 ਅਗਲੇ ਸਾਹਮਣੇ ਦੇ ਨੇਤਰ, 4 ਮਿਲੇ 64 ਖਿਲੇ, 32 ਦੰਦ ਮੰਨੇ ਗਏ ਨੇ ਇੱਕ ਇਨਸਾਨ ਦੇ ਮੁਖ ਦੇ ਵਿੱਚ, 32 ਉਹਦੇ ਤੇ 32 ਉਹਦੇ ਉਹ ਖਿੜ ਜਾਂਦੇ ਨੇ। ਗੁਰਸਿੱਖ ਦਾ ਮਿਲਣਾ ਇਹੋ ਜਿਹਾ ਹੈ। 4 ਮਿਲੇ 64 ਖਿਲੇ, ਮਿਲੇ 20 ਕਰ ਜੋੜ, ਕਰ ਹੱਥਾਂ ਨੂੰ ਜੋੜਿਆ, 5 ਤੇ 5 10 ਉਂਗਲਾਂ ਮੇਰੇ ਕੋਲ ਤੇ ਸਾਹਮਣੇ ਵਾਲੇ ਗੁਰਸਿੱਖ ਕੋਲ, ਉਹਦੇ ਕੋਲ ਵੀ 10 ਉਂਗਲਾਂ, ਮਿਲੇ 20 ਕਰ ਜੋੜ। ਜਦੋਂ ਹੱਥਾਂ ਦਾ ਜੋੜ ਬਣਾਇਆ ਤੇ 20 ਬਣ ਗਏ। ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਕਹਿੰਦੇ ਜਦੋਂ ਗੁਰੂ ਕੇ ਸਿੱਖ ਨੂੰ ਗੁਰੂ ਕਾ ਸਿੱਖ ਮਿਲਦਾ ਹੈ ਨਾ, ਇੱਕ ਸਰੀਰ ਦੇ ਅੰਦਰ 3.5 ਕਰੋੜ ਰੋਮ ਹੋਇਆ ਕਰਦੇ ਨੇ, ਤੇ 3.5 ਕਰੋੜ ਇੱਕ ਗੁਰਸਿੱਖ ਦੇ, ਤੇ 3.5 ਕਰੋੜ ਸਾਹਮਣੇ ਵਾਲੇ ਗੁਰਸਿੱਖ ਦੇ ਰੋਮ ਜਿਹੜੇ ਨੇ ਉਹ ਖਿੜ ਜਾਂਦੇ ਨੇ। ਲੋਈ ਕੰਡੇ ਜਿਹਨੂੰ ਕਹਿੰਦੇ ਨਾ, ਖੰਡੇ ਹੋ ਖੜੇ ਹੋ ਗਏ। ਇਹ ਇੱਥੇ ਨਹੀਂ ਸਮਝ ਆਵੇਗਾ, ਕਿਉਂਕਿ ਇੱਥੇ ਗੁਰਸਿੱਖਾਂ ਦੀ ਬਹੁਤਾਤ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਜਿੱਥੇ ਕਿਤੇ ਗੁਰਸਿੱਖ ਵਿਰਲੇ ਵਿਰਲੇ ਦੇਖਣ ਨੂੰ ਮਿਲਦੇ ਹੁਣ ਨਾ, ਟਾਵੇਂ ਟਾਵੇਂ, ਉੱਥੇ ਪਤਾ ਲੱਗਦਾ ਗੁਰਸਿੱਖੀ ਕੀ ਹੈ। ਮੈਂ ਦੁਬਈ ਦੇ ਵਿੱਚ ਗਿਆ, ਬਹੁਤ ਸਮੇਂ ਪਹਿਲੋਂ ਦੀ ਗੱਲ ਹੈ, ਵਿਰਲੇ ਵਿਰਲੇ ਗੁਰਸਿੱਖ ਦਿਖਿਆ ਕਰਦੇ ਸਨ, ਤੇ ਜੇ ਗੁਰਸਿੱਖ ਅੱਧਾ ਪੌਣਾ ਕਿਲੋਮੀਟਰ ਸਾਹਮਣੋਂ ਦਿਖ ਪੈਂਦਾ ਸੀ ਨਾ, ਤੇ ਇੱਕ ਦੂਸਰੇ ਨੂੰ ਨੱਠ ਕਰਕੇ ਬੁਲਾਉਂਦੇ ਸਨ। ਇੱਥੇ ਤਾਂ ਬੁਲਾਉਣ ਦਾ ਹੀ ਨਹੀਂ ਕੋਈ। ਇੱਥੇ ਤਾਂ ਫਤਿਹ ਵੀ ਜਦੋਂ ਬੁਲਾਉਂਦੇ ਆ ਨਾ, ਅਸੀਂ ਕਹਿ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅੱਗੇ ਕਹਿੰਦੇ ਫਤਿਹ ਫਤਿਹ ਫਤਿਹ। ਪਤਾ ਨਹੀਂ ਕੀ ਨਵੀਂ ਫਤਿਹ ਬਣਾ ਲਈ ਹੈ। ਹੁਣ ਮੀਡੀਆ ਦਾ ਸਮਾਂ ਆ ਗਿਆ, ਉਹਦੇ ਉੱਪਰ ਲਿਖ ਜਾਣਗੇ ਸਿੱਧੇ ਅੱਖਰ ਇੰਗਲਿਸ਼ ਦੇ ਵਿੱਚ ਲਿਖਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣੀ ਹੈ ਨਾ, WKJF। ਪਤਾ ਨਹੀਂ ਕੀ ਬਣਾ ਦਿੱਤਾ ਅਸੀਂ। ਉਹ ਭਲਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਜੀ ਬਖਸ਼ਿਸ਼ ਕਰਨ। ਜਦੋਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਨੇ, 2 ਵਾਰੀ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦੇ ਹੋ। ਤੇ ਭਾਈ ਗੁਰਦਾਸ ਜੀ ਨੇ ਕਿਹਾ, ਜੇ ਕੋਈ ਇੱਕ ਵਾਰੀ ਨਿਸ਼ਾਨ ਵਾਹਿਗੁਰੂ ਦਾ ਨਾਮ ਉਚਾਰਨ ਕਰ ਲਵੇ ਨਾ, ਇੱਕ ਵਾਰੀ ਵਾਹਿਗੁਰੂ ਮੁਖ ਦੇ ਵਿੱਚੋਂ ਕਹਿ ਦੇਵੇ, ਤੇ ਉਹਨੂੰ ਫਿਰ ਇਹ ਜਗ ਯੁਗ ਕਰਨ ਦੀ ਲੋੜ ਨਹੀਂ, ਉਲਟੇ ਲਟਕਣ ਦੀ ਲੋੜ ਨਹੀਂ, ਤਪੱਸਿਆ ਕਰਨ ਦੀ ਲੋੜ ਨਹੀਂ। ਇੱਕੋ ਵਾਰੀ ਵਾਹਿਗੁਰੂ ਉਚਾਰਨ ਕਰਦੇ, ਉਹਨਾਂ ਪਾਪਾਂ ਦਾ ਨਾਸ ਹੋ ਜਾਇਆ ਕਰਦਾ ਹੈ। ਤੇ 2 ਵਾਰੀ ਵਾਹਿਗੁਰੂ ਕਹਿਣਾ ਤਾਂ ਬੜਾ ਵਧੀਆ ਗੱਲ ਹੈ, ਪੁੰਨ ਕਮਾਉਂਦਾ ਹੈ ਇਨਸਾਨ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਸਿੱਧ ਮਿਲਦੇ ਨੇ ਨਾ ਆਪਸ ਦੇ ਵਿੱਚ। ਆਪਾਂ ਦੇਖਿਆ ਜਪਜੀ ਸਾਹਿਬ ਦੀ ਪੌੜੀਆਂ ਦੇ ਅੰਦਰ, ਜਿੱਥੋਂ ਸ਼ੁਰੂ ਹੁੰਦੀ ਮੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਉਹ ਪੌੜੀ ਤੋਂ ਬਾਅਦ 4 ਪੌੜੀਆਂ ਜਿਹੜੀਆਂ ਨੇ, ਉਹਨਾਂ ਦੇ ਪਿਛਲੇ ਸ਼ਬਦ ਆਉਂਦੇ ਨੇ, ਆਦੇਸ਼ ਤਿਸੇ ਆਦੇਸ਼। ਉਹ ਸਿੱਧਾ ਦੇ ਨਾਲ ਸੰਬੰਧ ਨੇ ਨਾ। ਆਦੇਸ਼, ਇਹ ਆਦੇਸ਼ ਕਿਆ ਕਰਦੇ ਨੇ ਵੀ ਨਮਸਕਾਰ ਹੈ ਤੁਹਾਨੂੰ, ਇੱਕ ਦੂਜੇ ਨੂੰ ਨਮਸਕਾਰ ਬੁਲਾਉਂਦੇ ਨੇ। ਇਸੇ ਪ੍ਰਕਾਰ ਉਹ ਸਿੱਧ ਜਿਹੜੇ ਚੱਲੇ ਨੇ ਨਾ, ਇੱਕ ਦੂਸਰੇ ਨੂੰ ਆਦੇਸ਼ ਆਦੇਸ਼ ਕਹਿ ਕਰਕੇ ਜਾ ਰਹੇ ਹਨ। ਇੱਛਾਚਾਰੀ ਗਏ ਸੁਦੇਸ਼ਾ, ਜਿੱਧਰ ਜਿੱਧਰ ਇੱਛਾ ਸੀ, ਕੋਈ ਕਹਿੰਦਾ ਮੈਂ ਪੂਰਬ ਵੱਲ ਨੂੰ ਚੱਲਿਆ, ਕੋਈ ਕਹਿੰਦਾ ਪੱਛਮ ਵੱਲ ਨੂੰ ਚੱਲਿਆ, ਜਿੱਧਰ ਜਿੱਧਰ ਇੱਛਾ ਸੀ ਉਧਰ ਚਾਰੇ ਪਾਸੇ ਨੂੰ ਤੁਰ ਗਏ ਹਨ। ਇੱਕ ਦਿਵਸ ਸ਼੍ਰੀ ਨਾਨਕ ਰਹੇ, ਫਿਰ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਥਾਨ ਦੇ ਉੱਪਰ ਇੱਕ ਰਾਤ ਇੱਕ ਦਿਨ ਹੋਰ ਰਹੇ ਹਨ। ਹੋਰ ਪਈ ਚਲਨੋ ਮਨ ਚਾਹੇ, ਅਗਲਾ ਦਿਨ ਜਦੋਂ ਚੜ੍ਹਿਆ ਨਾ, ਰਾਤ ਬਤੀਤ ਹੋਈ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੁਣ ਅੱਗੇ ਚੱਲਣਾ ਚਾਹੀਦਾ ਹੈ। ਗੋਰਖ ਮਤਾ ਹਟਾਇਓ ਨਾਮੂ, ਉਸ ਸਥਾਨ ਦਾ ਨਾਮ ਰੱਖਿਆ ਹੋਇਆ ਸੀ ਗੋਰਖ ਮਥਾ। ਗੋਰਖ ਮਤੇ ਦੇ ਨਾਮ ਦੇ ਨਾਲ ਉਹ ਮਸ਼ਹੂਰ ਸੀ ਸਥਾਨ, ਤੇ ਉਹਦਾ ਨਾਮ ਗੋਰਖ ਮਤੇ ਤੋਂ ਉਸ ਦਿਨ ਤੋਂ ਹਟਾ ਦਿੱਤਾ ਗਿਆ। ਨਾਨਕ ਮਤਾ ਰਾਖ ਅਬਿਰਾਮੂ, ਤੇ ਉਸ ਸਥਾਨ ਦਾ ਨਾਮ ਬੜੇ ਪਿਆਰ ਦੇ ਨਾਲ ਸਿੱਖ ਸੰਗਤਾਂ ਨੇ, ਗੁਰਦੇਵ ਪਾਤਸ਼ਾਹ ਜੀ ਨੇ ਨਾਨਕ ਮਤਾ ਰੱਖ ਦਿੱਤਾ। ਅੱਜ ਤੱਕ ਵੀ ਨਾਨਕ ਮਤਾ ਚੱਲ ਰਿਹਾ ਹੈ। ਨਾਨਕ ਮਤਾ ਉਸ ਸਥਾਨ ਦਾ ਨਾਮ ਰੱਖ ਦਿੱਤਾ ਗਿਆ ਜੀ। ਬਹਰੋ ਸ੍ਰੀ ਗੁਰ ਕੀਨ ਭਿਆਨਾ, ਤੇ ਬਾਅਦ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੋਂ ਚਾਲੇ ਪਾਏ ਹਨ। ਕਾਰਨ ਇਹੀ ਕਰਨ ਕਲਿਆਣਾ, ਤੇ ਚਾਲੇ ਪਾਉਣ ਦਾ ਕਾਰਨ ਕੀ ਹੈ? ਵੀ ਹੋਰ ਜਗ੍ਹਾ ਜਾ ਕਰਕੇ ਹੋਰ ਦਾ ਵੀ ਕਿਸੇ ਦਾ ਕਲਿਆਣ ਕਰਨਾ ਹੈ, ਹੋਰ ਦਾ ਵੀ ਕਿਸੇ ਦਾ ਸੁਧਾਰ ਕਰਨਾ ਹੈ।
ਦੇਖੋ ਸਾਡੇ ਕੋਲ ਤਾਂ ਸਾਡੇ ਘਰ ਨਹੀਂ ਸੁਧਾਰੇ ਜਾਂਦੇ, ਅਸੀਂ ਬਾਹਰਲਿਆਂ ਦਾ ਸੁਧਾਰ ਕੀ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਆਪਣੇ ਨਾਲ ਤੋਰੇ ਨੇ, ਪਹਿਲੋਂ ਉਹਨਾਂ ਨੂੰ ਸੁਧਾਰਿਆ ਹੈ, ਉਹਨਾਂ ਦੇ ਜੀਵਨ ਉੱਚੇ ਕੀਤੇ ਨੇ, ਤੇ ਫਿਰ ਜਗ੍ਹਾ ਜਗ੍ਹਾ ਜਾ ਕਰਕੇ ਅਨੇਕਾਂ ਹੀ ਸੰਗਤਾਂ ਦੇ ਜੀਵਨ ਉੱਚੇ ਕੀਤੇ ਨੇ। ਕੋਸ਼ਿਸ਼ ਕਰਨੀ ਚਾਹੀਦੀ, ਗੁਰੂ ਕੇ ਸਿੱਖ ਦਾ ਕਰਮ ਇਹੋ ਹੀ ਹੈ ਨਾ। ਆਪਾਂ 3 ਸਿਧਾਂਤ ਮੰਨਦੇ ਹਾਂ, ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਦੇਖੋ ਕਿਰਤ ਕਰਨਾ ਉਹਦੇ ਵਿੱਚੋਂ ਵੀ ਵੰਡ ਛਕਣਾ ਹੈ, ਤੇ ਨਾਮ ਜਪਣਾ ਤੇ ਉਹਦੇ ਵਿੱਚੋਂ ਵੀ ਵੰਡ ਛਕਣਾ ਹੈ। ਵੰਡ ਛਕਣਾ ਸ਼ਬਦ ਪਿੱਛੋਂ ਆਉਂਦਾ ਹੈ। ਵੰਡ ਛਕਣ ਦਾ ਮਤਲਬ ਹੈ ਨਾਮ ਜਪਿਆ ਤੇ ਤੂੰ ਕਿਸੇ ਹੋਰ ਨੂੰ ਵੀ ਜਪਾ, ਲਾਭ ਤਾਂ ਤੇਰਾ ਤਾਂ ਹੀ ਹੈ ਨਾ। ਸਰਬੱਤ ਦਾ ਭਲਾ ਤਾਂ ਅਸੀਂ ਮੰਗਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਦੋਂ ਕਰਾਂਗੇ। ਜੀਵਨ ਤਾਂ ਬੜੀ ਤੇਜ਼ੀ ਦੇ ਨਾਲ ਬਤੀਤ ਹੁੰਦਾ ਜਾ ਰਿਹਾ ਹੈ। ਅੱਜ ਕਾਲੀ ਹੈ, ਕੱਲ ਨੂੰ ਝੋਲੇ ਆ ਜਾਣੇ ਨੇ, ਚਿੱਟੇ ਹੋ ਜਾਂਦੇ ਨੇ, ਫਿਰ ਕਦੋਂ ਕਰਨਾ ਹੈ। ਸਿਰਫ ਅਰਦਾਸ ਦੇ ਵਿੱਚ ਹੀ ਅਸੀਂ ਭਲਾ ਮੰਗਣਾ ਹੈ ਨਹੀਂ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਏਦਾਂ ਦੀ ਬੁੱਧੀ ਬਖਸ਼ਿਸ਼ ਕਰਨ, ਸਾਡਾ ਮਨ ਅੱਜ ਤੋਂ ਹੀ ਲੋਕਾਂ ਦਾ, ਦੁਨੀਆ ਦਾ, ਸਰਬੱਤ ਸੰਸਾਰ ਦਾ ਭਲਾ ਲੋੜਦਾ ਵੀ ਰਹੇ ਤੇ ਮੰਗਦਾ ਵੀ ਰਹੇ ਤੇ ਕਰਦਾ ਵੀ ਰਹੇ। ਇਹੋ ਜੀ ਬਖਸ਼ਿਸ਼ ਹੋ ਜਾਵੇ ਜੀ। ਭੁਜੰਗ ਪ੍ਰਿਆਤ ਛੰਦ ਨਮੋ ਚੰਡ ਕਾ ਮੰਡ ਕਾ ਸਰਬ ਲੋਕਾ। ਨਵਾਂ ਪ੍ਰਸੰਗ ਸ਼ੁਰੂ ਹੋਇਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਪ੍ਰਸੰਗ ਚੱਲ ਰਿਹਾ ਹੈ, ਉੱਥੇ ਕਵੀ ਜੀ ਉਸ ਪਰਮੇਸ਼ਰ ਦੀ ਸ਼ਕਤੀ ਜਿਹੜੀ ਹੈ, ਜਿਹਨੂੰ ਲੋਕ ਸਰਸਵਤੀ ਵੀ ਕਹਿੰਦੇ ਨੇ, ਉਸ ਨੂੰ ਪ੍ਰਣਾਮ ਕਰਦੇ ਹਨ। ਸ਼ਕਤੀ ਹੈ, ਤਾਕਤ ਹੈ ਉਸ ਪਰਮੇਸ਼ਰ ਦੀ, ਕੋਈ ਦੇਵੀ ਦੂਵੀ ਨਾ ਮੰਨਣਾ। ਉਸ ਪਰਮੇਸ਼ਰ ਦੀ ਤਾਕਤ ਨੂੰ, ਸ਼ਕਤੀ ਨੂੰ ਨਮਸਕਾਰ ਕਰਦੇ ਹਨ। ਪ੍ਰਸੀਦੇ ਸਦਾ ਦਾਸ ਦੇਤੀ ਅਸ਼ੋਕਾ। ਸਾਰਿਆਂ ਨੂੰ ਚੰਗਾ ਦਾਨ ਤੂੰ ਦੇਣ ਵਾਲੀ ਹੈ ਜੀ। ਹਤੇ ਦੈਂਤ ਬ੍ਰਿੰਦੰਗ ਰਖਿਓ ਵਜਰ ਪਾਨੀ। ਦੈਂਤਾਂ ਨੂੰ ਮਾਰਨ ਵਾਲੀ ਹੈ ਤੇ ਇੰਦਰ ਇਤਿਆਦਿਕ ਨੂੰ ਬਚਾਉਣ ਵਾਲੀ ਹੈ। ਕਰੋ ਗ੍ਰੰਥ ਪੂਰੰ ਨਮੋ ਬਾਕ ਬਾਨੀ। ਬਾਕ ਬਾਨੀ, ਬਾਕ ਕਹਿੰਦੇ ਨੇ ਵਚਨ ਨੂੰ, ਜਿਹੜਾ ਮੁਖ ਦੇ ਵਿੱਚੋਂ ਉਚਾਰਨ ਹੁੰਦਾ ਹੈ। ਬਾਕ ਵਚਨ ਤੇ ਨਾਲ ਬਾਣੀ ਜਿਹੜੀ ਮੁਖ ਦੇ ਵਿੱਚੋਂ ਉਚਾਰਨ ਕੀਤੀ ਜਾ ਰਹੀ ਹੈ, ਇਸ ਨੂੰ ਚੰਗੀ ਤਰ੍ਹਾਂ ਉਚਾਰਨ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ। ਸ੍ਰੀ ਬਾਲਾ ਸੰਧੂਰ ਵਾਚ ਚੌਪਈ ਸ਼੍ਰੀ ਅੰਗਦ ਸੁਨ ਕਥਾ ਮਹਾਨੀ। ਤੇ ਹੁਣ ਭਾਈ ਬਾਲਾ ਜੀ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਨੇ ਤੇ ਕਹਿਣ ਲੱਗੇ, ਗੁਰੂ ਅੰਗਦ ਦੇਵ ਮਹਾਰਾਜ ਜੀ ਮਹਾਨ ਸਤਿਗੁਰੂ ਹੋ ਆਪ, ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਰਿਸ ਹੋ, ਆਪ ਕਥਾ ਸੁਣਨੀ ਕਰੋ ਜੀ। ਤਹਿ ਗਮਨ ਕੀਨ ਗੁਣ ਖਾਨੀ। ਤੇ ਉੱਥੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ ਹਨ। ਦਿੱਲੀ ਨਗਰ ਵਿਸਾਲ ਬਸੇਰਾ। ਦਿੱਲੀ ਦਾ ਵਿਸ਼ਾਲ ਨਗਰ ਭਾਵ ਪਹਿਲੋਂ ਤੋਂ ਹੀ ਮਸ਼ਹੂਰ ਹੈ। ਦਿੱਲੀ ਸ਼ਹਿਰ ਬੜਾ ਵੱਡਾ ਹੈ, ਪਹਿਲੋਂ ਤੋਂ ਹੀ ਮਸ਼ਹੂਰ ਹੈ। ਵਿਸ਼ਾਲ ਨਗਰ ਜੋ ਜਿੱਥੇ ਵਸਿਆ ਹੋਇਆ ਹੈ। ਉਪਬਨ ਬਿਖੈ ਆਨ ਕੀ ਡੇਰਾ। ਦਿੱਲੀ ਦੇ ਇੱਕ ਬਾਗ ਦੇ ਵਿੱਚ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਸਣ ਲਗਾ ਲਏ। ਗਾਵਨ ਲੱਗਾ ਸ਼ਬਦ ਮਰਦਾਨਾ। ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਆਗਿਆ ਪਾ ਕਰਕੇ, ਹੁਕਮ ਪਾ ਕਰਕੇ ਸ਼ਬਦ ਗਾਉਣ ਲੱਗੇ ਹਨ। ਸੁਨਤ ਪ੍ਰੇਮ ਮੈਂ ਮਗਨ ਮਹਾਨਾ। ਤੇ ਜਿਹਨੂੰ ਸੁਣ ਕਰਕੇ ਜਿਹੜਾ ਵੀ ਸੁਣਦਾ ਹੈ ਬਹੁਤ ਜ਼ਿਆਦਾ ਪ੍ਰੇਮ ਦੇ ਵਿੱਚ ਮਗਨ ਹੋ ਜਾਇਆ ਕਰਦਾ ਹੈ। ਰੁਚਿਰ ਰਾਗ ਕਰਕੇ ਯੁੱਤ ਪ੍ਰੀਤੇ। ਤੇ ਉਹ ਭਾਈ ਮਰਦਾਨਾ ਜੀ ਵੀ ਰਾਗ ਨੂੰ ਰਬਾਬ ਦੀਆਂ ਤਾਰਾਂ ਦੇ ਵਿੱਚ ਜੋੜ ਕਰਕੇ ਗਾਉਂਦੇ ਨੇ। ਦੇਖੋ ਕਿੰਨੀ ਸ਼ਕਤੀ ਹੈ, ਕਿੰਨੀ ਤਾਕਤ ਹੈ। ਹੁਣ ਰਬਾਬ ਵੱਜਦੀ ਹੈ ਨਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਵਾਰੀ ਰਬਾਬ ਵੱਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਸੀ ਤੇ ਉਦੋਂ ਸ਼ਬਦ ਪਤਾ ਕੀ ਨਿਕਲਿਆ ਸੀ, ਕਵੀ ਜੀ ਨੇ, ਆਪ ਜੀ ਨੇ ਸੁਣਿਆ ਵੀ ਹੋਵੇਗਾ। ਭਈ ਆਵਾਜ਼ ਤੂੰ ਹੀ ਨਿਰੰਕਾਰਾ, ਨਿਰੰਕਾਰ ਕਰਤਾਰਾ। ਕਹਿੰਦੇ ਪਹਿਲੀ ਆਵਾਜ਼ ਨਿਕਲੀ ਤਾਰ ਦੇ ਵਿੱਚੋਂ, ਭਈ ਇਹ ਪਾਤਸ਼ਾਹ ਤੂੰ ਹੀ ਨਿਰੰਕਾਰ ਹੈ, ਕਰਤਾਰ ਹੈ ਇਸ ਸੰਸਾਰ ਦਾ, ਕਰਤਾ ਪੁਰਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸੰਗੀਤਕ ਸਾਜ਼ ਬਖਸ਼ਿਸ਼ ਕੀਤੇ ਸਨ। ਬੇਸ਼ੱਕ ਅੱਜ ਸਾਡੇ ਵਿੱਚੋਂ ਉਹ ਗਾਇਬ ਹੁੰਦੇ ਜਾ ਰਹੇ ਨੇ, ਕਿਉਂਕਿ ਅਸੀਂ ਉਹਨਾਂ ਦੀ ਲੋੜ ਨਹੀਂ ਸਮਝਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਜ਼ਾਂ ਦੇ ਵਿੱਚੋਂ ਜਿੰਨੀ ਮਿੱਠੀ ਆਵਾਜ਼ ਆਉਂਦੀ ਹੈ ਨਾ, ਰਬਾਬ ਲੈ ਲਈਏ, ਤੌਸ ਲੈ ਲਈਏ, ਦਿਲਰਬਾ ਲੈ ਲਈਏ, ਸਰੰਦਾ ਲੈ ਲਈਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਨਪੁਰੇ ਦੇ ਨਾਲ ਕੀਰਤਨ ਕੀਤਾ, ਉਹ ਲੈ ਲਈਏ, ਜਿੰਨੀ ਮਿੱਠੀ ਆਵਾਜ਼ ਨਿਕਲ ਕਰਕੇ ਦਿਲ ਨੂੰ ਜੋੜਦੀ ਹੈ ਨਾ ਨਿਰੰਕਾਰ ਦੇ ਨਾਲ, ਉਨੀ ਹੋਰ ਕੋਈ ਸਾਜ਼ ਨਹੀਂ ਜੋੜ ਸਕੇਗਾ। ਹੋਰ ਤਾਂ ਇਸ਼ਾਰਾ ਛਲ ਕਪਟੀ ਹੈ ਇੱਧਰ ਉੱਧਰ ਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਭਾਈ ਮਰਦਾਨਾ ਜੀ ਰਬਾਬ ਦੀ ਤਾਰ ਦੇ ਵਿੱਚ ਰਾਗ ਨੂੰ ਮਿਲਾ ਕਰਕੇ ਗਾਉਂਦੇ ਨੇ। ਰਾਗ ਤੋਂ ਬਾਅਦ ਸ਼ਬਦ ਸ਼ੁਰੂ ਹੋਣਾ ਹੈ ਨਾ, ਰਾਗ ਨੂੰ ਮਿਲਾਉਂਦੇ ਨੇ ਤਾਰ ਦੇ ਵਿੱਚ ਤੇ ਫਿਰ ਸ਼ਬਦ ਗਾਇਨ ਕਰਦੇ ਹਨ। ਤੂਸ਼ਨ ਬਹੁਰ ਮਹੂਰਤ ਬੀਤੇ, ਫਿਰ ਹੁਣ ਕੁਝ ਸਮਾਂ ਚੁੱਪ ਕਰਕੇ ਕੁਝ ਸਮਾਂ ਬਤੀਤ ਹੋ ਗਿਆ। ਪਾਤਸ਼ਾਹੇ ਕੋ ਕੁੰਚਰ ਭਾਰੀ, ਤੇ ਕਹਿੰਦੇ ਨੇ ਇਸ ਨਗਰ ਦਾ, ਦਿੱਲੀ ਨਗਰ ਦਾ ਜਿਹੜਾ ਬਾਦਸ਼ਾਹ ਸੀ, ਉਹਦਾ ਇੱਕ ਬਹੁਤ ਵੱਡਾ ਭਾਰੀ ਹਾਥੀ ਸੀ। ਮ੍ਰਿਤਕ ਹੁਤੋ ਤਿਨ ਬਾਗ ਮਝਾਰੀ, ਉਸ ਬਾਗ ਦੇ ਵਿੱਚ ਉਹ ਹਾਥੀ ਕਈ ਦਿਨਾਂ ਦੀ ਬਿਮਾਰੀ ਤੋਂ ਬਾਅਦ ਮੌਤ ਨੂੰ ਪ੍ਰਾਪਤ ਹੋ ਗਿਆ। ਰੋਏ ਮਹਾਵਤ ਊਚ ਪੁਕਾਰਤ, ਤੇ ਜਿਹੜਾ ਮਹਾਵਤ ਉਸ ਹਾਥੀ ਨੂੰ ਚਲਾਇਆ ਕਰਦਾ ਸੀ, ਉੱਚੀ ਉੱਚੀ ਪੁਕਾਰ ਕਰਕੇ ਉੱਥੇ ਬਾਗ ਦੇ ਕਿਸੇ ਕਿਨਾਰੇ ਦੇ ਵਿੱਚ ਬੈਠਾ ਰੋ ਰਿਹਾ ਸੀ। ਹੇਤ ਜੀਵ ਕਾ ਦੁਖ ਮਹਿਆਰਤ, ਆਪਣੀ ਜੀਵਿਕਾ ਵਾਸਤੇ, ਰੋਜੀ ਰੋਟੀ ਉਸਦੀ ਇਸ ਤਰ੍ਹਾਂ ਚੱਲਦੀ ਸੀ ਨਾ, ਮਹਾਵਤ ਸੀ। ਹੁਣ ਹਾਥੀ ਰਿਹਾ ਕੋਲ ਨਹੀਂ, ਬਾਦਸ਼ਾਹ ਨੂੰ ਕਿਵੇਂ ਬਿਠਾਵੇਗਾ ਹਾਥੀ ਦੇ, ਇਸੇ ਕਾਰਨ ਉੱਚੀ ਉੱਚੀ ਰੋ ਰਿਹਾ ਹੈ ਜੀ। ਦੀਨ ਭਏ ਬਿਰਲਾਪਤ ਐਸੇ, ਤੇ ਬੜੇ ਗਰੀਬ ਹੋ ਕਰਕੇ ਦੀਨ ਪਏ ਵਿਰਲਾਪ ਕਰਦਾ ਹੈ। ਕਿਰਪਨ ਦਰਬ ਜਾਏ ਕਿਮ ਜੈਸੇ, ਜਿਵੇਂ ਹਿਰਦੇ ਦੇ ਵਿੱਚ ਗਰੀਬ ਦਾ, ਕੰਜੂਸ ਦਾ ਕਿਤੇ ਧਨ ਗਵਾਚ ਗਿਆ ਹੋਵੇ ਨਾ, ਉਹ ਰੋਂਦਾ ਹੈ, ਇਸ ਪ੍ਰਕਾਰ ਉਹ ਹਾਥੀ ਦਾ ਮਹਾਵਤ ਰੋਂਦਾ ਪਿਆ ਹੈ ਜੀ। ਅਵਲੋਕਿਓ ਜਬ ਹੀ ਤਿਨ ਤਾਈ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਰੋਣ ਦੀ ਆਵਾਜ਼ ਸੁਣੀ ਹੈ ਤੇ ਉਧਰ ਨੂੰ ਡੱਕਿਆ ਹੈ ਜੀ। ਕਰੁਣਾ ਨਿਧਿ ਔਰ ਕਰੁਣਾ ਛਾਈ, ਤੇ ਕਿਰਪਾ ਦੇ ਖਜ਼ਾਨੇ, ਦਇਆ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਦਇਆ ਆਈ ਹੈ। ਪੂਜਨ ਲੱਗੇ ਕੌਣ ਦੁਖ ਭਾਰੀ, ਤੇ ਉਸ ਮਹਾਵਤ ਨੂੰ ਉੱਚੀ ਆਵਾਜ਼ ਦੇ ਕਰਕੇ ਕਹਿਣ ਲੱਗੇ ਵੀ ਤੈਨੂੰ ਕਿਹੜਾ ਬਹੁਤ ਵੱਡਾ ਦੁੱਖ ਲੱਗ ਗਿਆ ਹੈ, ਇਸ ਤੇ ਤੁਮ ਰੋਵੋ ਤ੍ਰਿਤ ਹਾਰੀ, ਜਿਹਦੇ ਕਾਰਨ ਤੂੰ ਧੀਰਜ ਹਾਰ ਕਰਕੇ, ਹੌਸਲਾ ਛੱਡ ਕਰਕੇ ਏਡੀ ਉੱਚੀ ਉੱਚੀ ਰੋ ਰਿਹਾ ਹੈ। ਤਿਨ ਮਾਰੇ ਕੈ ਖੋਸਨ ਕੀਨੇ, ਕਿਹਨੇ ਮਾਰਿਆ ਹੈ ਤੈਨੂੰ ਤੇ ਕਿਹਨੇ ਤੇਰੇ ਕੋਲ ਡਾਕਾ ਮਾਰ ਕੇ ਤੇਰੇ ਕੋਲੋਂ ਕੁਝ ਖੋਹ ਲਿਆ ਹੈ। ਨਿਜ ਕਰਮਨ ਗਤ ਲੈ ਹੋ ਚੀਨੇ, ਤੇ ਦੱਸਣਾ ਕਰ ਸਾਨੂੰ, ਅਸੀਂ ਵੀ ਜਾਣ ਸਕੀਏ। ਸੰਤ ਸਰੂਪ ਜਾਨ ਮਨ ਸੋਊ, ਤੇ ਉਸ ਮਹਾਵਤ ਨੇ ਦੇਖਿਆ, ਜਿੱਧਰੋਂ ਆਵਾਜ਼ ਆਈ ਉਧਰ ਨੂੰ ਤੱਕਿਆ ਤੇ ਸਰੂਪ ਦੇ ਦਰਸ਼ਨ ਕੀਤੇ ਨਾ, ਤੇ ਉਦੋਂ ਹੀ ਪਛਾਣ ਲਿਆ ਕੋਈ ਸੰਤ ਸਰੂਪ ਨੇ। ਸੰਤ ਸਰੂਪ ਜਾਣ ਕਰਕੇ, ਦਰਵੇਸ਼ ਜਾਣ ਕਰਕੇ ਬੰਧਨ ਕਰੀ ਬੰਦ ਕਰ ਦੋ, ਦੋਨੋਂ ਹੱਥ ਜੋੜ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਬੇਨਤੀ ਕੀਤੀ। ਬੇਨਤੀ ਉਸਤਤ ਕਹਿ ਮਦਸਾਨੀ, ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆ ਕਰ ਰਿਹਾ ਹੈ। ਬੋਲੇ ਅਤਸ਼ੈ ਆਤੁਰ ਬਾਨੀ, ਤੇ ਬੜੇ ਪਿਆਰ ਦੇ ਨਾਲ ਹਿਰਦੇ ਦੇ ਵਿੱਚੋਂ ਹੱਥ ਜੋੜ ਕਰਕੇ ਵਚਨ ਕਹਿੰਦਾ ਹੈ। ਦੋਹਰਾ ਸੁਨਹੋ ਬ੍ਰਿਥਾ ਦਰਵੇਸ਼ ਜੀ, ਕੁੰਚਰ ਹੁਤੋ ਮਹਾਨ, ਐ ਦਰਵੇਸ਼ ਜੀ ਮੇਰੀ ਬਿਰਥਾ ਸੁਣਨੀ ਕਰੋ, ਮੇਰੀ ਹਾਲਤ ਸੁਣਨੀ ਕਰੋ। ਮੇਰੇ ਕੋਲ ਇੱਕ ਬਹੁਤ ਵੱਡਾ ਹਾਥੀ ਸੀ, ਰੋਗ ਭੀ ਅਬ ਮਰ ਗਇਓ ਕੋਈ ਨਾ ਸਕਿਓ ਪਛਾਨ, ਬੜੀ ਦੇਰ ਦਾ ਉਸ ਨੂੰ ਕੋਈ ਰੋਗ ਲੱਗਾ ਹੋਇਆ ਸੀ, ਬਿਮਾਰ ਸੀ, ਉਸ ਦਾ ਰੋਗ ਕੋਈ ਪਛਾਣ ਨਹੀਂ ਸਕਿਆ ਤੇ ਅੱਜ ਉਹ ਮਰ ਗਿਆ ਹੈ। ਚੌਪਈ ਹੁਤੋ ਮਹਾਵਤ ਹੈ ਤਿਸ ਕੇਰੇ, ਤੇ ਮੈਂ ਉਸ ਹਾਥੀ ਦਾ ਮਹਾਵਤ ਸੀ, ਮੈਂ ਉਸ ਨੂੰ ਚਲਾਇਆ ਕਰਦਾ ਸੀ। ਚਲਤ ਹੁਤੀ ਗੁਜ਼ਰਾਨ ਕਨੇਰੇ, ਇਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ, ਮੇਰੇ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ। ਮ੍ਰਿਤ ਭਏ ਹਟਗਾ ਰੁਜ਼ਗਾਰਾ, ਤੇ ਉਹ ਹਾਥੀ ਮਰ ਗਿਆ ਹੈ ਤੇ ਮੇਰਾ ਰੁਜ਼ਗਾਰ ਖਤਮ ਹੋ ਗਿਆ, ਮੇਰੇ ਕੋਲ ਰੁਜ਼ਗਾਰ ਕੋਈ ਰਿਹਾ ਨਹੀਂ ਹੈ। ਕਿਉਂ ਪਾਲਨ ਹੋਵੇ ਮਮ ਪਰਿਵਾਰਾ, ਹੁਣ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ। ਔਰ ਉਪਾਏ ਨਾ ਜਾਣੋ ਕੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਮੇਰੇ ਕੋਲ ਕੋਈ ਉਪਾਅ ਨਹੀਂ ਹੈ, ਮੈਂ ਕੋਈ ਤਰੀਕਾ ਨਹੀਂ ਹੈ ਵੀ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ। ਰੋਜ਼ੀ ਜਿਹੇ ਤੇ ਪੈਦੇ ਹੋ, ਜਿਹਦੇ ਨਾਲ ਮੇਰੇ ਰੋਜੀ ਰੋਟੀ ਚੱਲ ਸਕੇ। ਇਸ ਦੁੱਖ ਤੇ ਹਮ ਰੋਵਤ ਬੈਸੇ, ਇਸ ਦੁੱਖ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਬੈਠ ਕਰਕੇ ਰੋ ਰਿਹਾ ਸੀ। ਗੁਜ਼ਰ ਹਮਾਰੀ ਚਲ ਹੈ ਕੈਸੇ, ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ। ਦੋਹਰਾ ਸ਼੍ਰੀ ਗੁਰ ਕਹੈ ਨਾ ਚਿੰਤ ਕਰ, ਸਭ ਕੋ ਦੈ ਕਰਤਾਰ, ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਉਹ ਕਹਿਣ ਲੱਗੇ ਕਿਉਂ ਚਿੰਤਾ ਕਰਦਾ ਹੈ,
ਸਾਰਿਆਂ ਨੂੰ ਉਹ ਕਰਤਾ ਪੁਰਖ ਦੇਣ ਵਾਲਾ ਹੈ। ਰਿਜ਼ਕ ਤਾਂ ਉਸ ਹੱਥ, ਉਸ ਦੇ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਸਾਰਿਆਂ ਨੂੰ ਕਰਤਾ ਪੁਰਖ ਰਿਜ਼ਕ ਦੇਣ ਵਾਲਾ ਹੈ ਜੀ। ਜਿਤੇ ਬਹਾਨੇ ਜਗਤ ਕੇ ਕਰਨਹਾਰ ਇਕ ਧਾਰ। ਆ ਰੋਜੀ ਰੋਟੀ ਦੇ ਜਿੰਨੇ ਬਹਾਨੇ ਬਣੇ ਹੋਏ ਨਾ ਸਾਡੇ, ਕਿਸੇ ਨੇ ਦੁਕਾਨ ਖੋਲੀ ਹੈ, ਕੋਈ ਵਪਾਰ ਕਰ ਰਿਹਾ ਹੈ, ਕੋਈ ਰਿਕਸ਼ਾ ਚਲਾ ਰਿਹਾ ਹੈ, ਕੋਈ ਬੱਸ ਚਲਾ ਰਿਹਾ ਹੈ, ਕੋਈ ਹਵਾਈ ਜਹਾਜ਼ ਚਲਾ ਰਿਹਾ ਹੈ, ਇਹ ਸਾਰੇ ਰੁਜ਼ਗਾਰ ਦੇ ਬਹਾਨੇ ਉਸ ਪਰਮੇਸ਼ਰ ਨੇ ਦਿੱਤੇ ਹੋਏ ਹਨ। ਚੌਪਈ ਕੁੰਚਰ ਹਿਤ ਰੋਵੋ ਤੁਮ ਨਾਹੀ। ਪਾਤਸ਼ਾਹ ਜੀ ਕਹਿਣ ਲੱਗੇ ਹਾਥੀ ਦੇ ਕਾਰਨ ਤੁਸੀਂ ਰੋਣਾ ਨਾ ਕਰੋ। ਸਿਮਰਹੁ ਨਾਮ ਪ੍ਰਭੂ ਮਨ ਮਾਹੀ। ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਉਸ ਪਰਮੇਸ਼ਰ ਨੂੰ ਯਾਦ ਕਰ। ਜੋ ਜਿਆਵਤ ਮਾਰਤ ਹੈ ਸੋ। ਜਿਹੜਾ ਜਿਉਂਦਾ ਕਰ ਸਕਦਾ ਹੈ ਨਾ ਉਹੀ ਹੀ ਮਾਰ ਸਕਦਾ ਹੈ। ਜਿਹੜਾ ਇਨਸਾਨ ਨੂੰ ਵੀ ਜਿਉਂਦਾ ਕਰਦਾ ਹੈ ਨਾ, ਜਨਮ ਦਿੰਦਾ ਹੈ, ਉਹਦੇ ਵਿੱਚ ਹੀ ਤਾਕਤ ਹੈ, ਮਾਰ ਸਕੇਗਾ। ਨਹੀਂ ਤਾਂ ਅੱਜ ਸੰਸਾਰ ਦੇ ਵਿੱਚ ਆਪਾਂ ਆਮ ਦੇਖਦੇ ਹਾਂ, ਕਿਸੇ ਨਾਲ ਲੜਾਈ ਹੋ ਜਾਵੇ ਤੈਨੂੰ ਛੱਡਣਾ ਨਹੀਂ। ਭਲਾ ਤੂੰ ਕੀ ਨਹੀਂ ਛੱਡੇਗਾ? ਤੇਰੇ ਹੱਥ ਵਿੱਚ ਹੈ ਕੀ? ਜਿਸ ਦਿਨ ਪ੍ਰਮਾਤਮਾ ਨੇ ਮੇਰੀ ਲਿਖੀ ਹੈ ਉਸ ਦਿਨ ਆ ਜਾਣੀ ਹੈ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਜਿਉਂਦਾ ਕਰਦਾ ਹੈ, ਜਨਮ ਦਿੰਦਾ ਹੈ, ਉਹੀ ਮਾਰ ਸਕਦਾ ਹੈ ਜੀ। ਵਾਹਿਗੁਰੂ ਇੱਕ ਅਵਰ ਨ ਕੋ। ਇੱਕ ਵਾਹਿਗੁਰੂ ਹੀ ਹੈ, ਉਹ ਜਨਮ ਦਿੰਦਾ ਹੈ ਤੇ ਉਹੀ ਮਾਰ ਸਕਦਾ, ਉਹਦੇ ਬਗੈਰ ਕੋਈ ਨਹੀਂ ਹੈ ਜੀ। ਉਹ ਦੇਵਤ ਸਭ ਕੋ ਰੁਜ਼ਗਾਰਾ। ਤੇ ਉਹੀ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਰੁਜ਼ਗਾਰ ਦੇਣ ਵਾਲਾ ਹੈ। ਔਰ ਬਹਾਨਾ ਕਰਹਿ ਤੁਮਾਰਾ। ਉਹ ਤੇਰਾ ਕੋਈ ਹੋਰ ਬਹਾਨਾ ਕਰ ਦੇਵੇਗਾ, ਹੋਰ ਤਰੀਕੇ ਨਾਲ ਤੈਨੂੰ ਰੁਜ਼ਗਾਰ ਦੇ ਦੇਵੇਗਾ। ਇਸ ਕਰਕੇ ਦੇਵਤ ਨਿਤ ਰੋਜ਼ੀ। ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੇਕ ਪ੍ਰਕਾਰ ਦੀ ਹੱਥ ਦੇ ਵਿੱਚ ਰੋਜ਼ੀ ਦਿੰਦੇ ਹਨ। ਲਖ ਹੈ ਸੰਤ ਸ਼੍ਰੀ ਪ੍ਰਭ ਕੇ ਖੋਜੀ। ਤੇ ਇਹ ਸੁਣ ਕਰਕੇ ਨਾ ਉਹ ਮਹਾਵਤ ਸੋਚਣ ਲੱਗਾ ਵੀ ਇਹ ਪ੍ਰਭੂ ਦੇ ਖੋਜੀ ਬੰਦੇ ਨੇ, ਦਰਵੇਸ਼ ਨੇ, ਫਕੀਰ ਨੇ, ਉਸ ਪਰਮੇਸ਼ਰ ਦੇ ਨਾਲ ਮਿਲੇ ਹੋਏ ਨੇ, ਜੁੜੇ ਹੋਏ ਹਨ। ਐਸੇ ਸੁਨੇ ਮਹਾਵਤ ਬੈਨਾ। ਇਸ ਪ੍ਰਕਾਰ ਦੇ ਜਦੋਂ ਬੈਨ ਵਚਨ ਸੁਣੇ ਹਨ, ਪੂਰਨ ਸੰਤ ਲਖੇ ਸੁਖ ਦੇਨਾ। ਤੇ ਉਹਨਾਂ ਮਹਾਵਤ ਨੇ ਜਾਣਿਆ ਵੀ ਪੂਰਨ ਸੰਤ ਨੇ ਤੇ ਹਰੇਕ ਪ੍ਰਕਾਰ ਦਾ ਸੁੱਖ ਦੇਣ ਵਾਲੇ ਹਨ। ਹਾਥ ਬੰਦ ਪੁਨ ਬਚਨ ਉਚਾਰੇ। ਹੱਥ ਜੋੜ ਕਰਕੇ ਫਿਰ ਉਸ ਮਹਾਵਤ ਨੇ ਵਚਨ ਕੀਤੇ। ਕਿਉ ਹੋਵੇ ਮਨ ਸ਼ਾਂਤ ਹਮਾਰੇ। ਦੱਸਣਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰਾ ਮਨ ਸ਼ਾਂਤ ਕਿਵੇਂ ਹੋਵੇ? ਐਡਾ ਵੱਡਾ ਹਾਥੀ ਮਰ ਗਿਆ, ਰੁਜ਼ਗਾਰ ਚਲਾ ਗਿਆ, ਦੁੱਖ ਬਾਹਲਾ ਹੈ, ਪਰਿਵਾਰ ਨੂੰ ਕਿਵੇਂ ਪਾਲਾਂਗਾ? ਮੇਰਾ ਮਨ ਸ਼ਾਂਤੀ ਦੇ ਵਿੱਚ ਕਿਵੇਂ ਆਵੇ, ਸਹਿਜ ਦੇ ਵਿੱਚ ਕਿਵੇਂ ਆਵੇ? ਦੋਹਰਾ ਰੋਜ਼ੀ ਹਮਰੀ ਆਜ ਤੇ ਭਈ ਬੰਦ ਦਰਸ਼ਾਹੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਰੋਜੀ ਜਿਹੜੀ ਹੈ ਨਾ ਉਹ ਇਸੇ ਤੋਂ ਹੀ ਚੱਲਦੀ ਹੈ ਜੀ। ਤੁਮ ਤੇ ਸਭ ਕਿਛ ਹੋਤ ਹੈ ਸੰਤੋ ਬੇਪਰਵਾਹੇ। ਮਹਾਰਾਜ ਤੁਸੀਂ ਕਰ ਸਕਦੇ ਹੋ, ਤੁਹਾਡੇ ਤੋਂ ਸਭ ਕੁਝ ਹੋ ਸਕਦਾ ਹੈ, ਤੁਸੀਂ ਬੇਪਰਵਾਹ ਉਸ ਪਰਮੇਸ਼ਰ ਦੇ ਸੰਤ ਹੋ। ਚੌਪਈ ਜਿਉ ਚਾਕਰ ਹਮ ਹੈ ਪਤਸ਼ਾਹੇ। ਜਿਵੇਂ ਅਸੀਂ ਬਾਦਸ਼ਾਹ ਦੇ ਨੌਕਰ ਹਾਂ। ਹੁਣ ਕਹਿਣ ਲੱਗਾ, ਕਹਿੰਦੇ ਜਿਵੇਂ ਦਿੱਲੀ ਦਾ ਬਾਦਸ਼ਾਹ ਹੈ ਨਾ ਤੇ ਮੈਂ ਬਾਦਸ਼ਾਹ ਦਾ ਨੌਕਰ ਹਾਂ ਜੀ। ਤਿਉ ਖੁਦਾਏ ਸੇਵਕ ਤੁਮ ਆਹੇ। ਤੇ ਉਸੇ ਪ੍ਰਕਾਰ ਤੁਸੀਂ ਖੁਦਾ ਦੇ ਸੇਵਕ ਹੋ, ਪਰਮੇਸ਼ਰ ਦੇ ਸੇਵਕ ਹੋ। ਹਮਰੋ ਕਾਜ ਅਟਕ ਜੇ ਜਾਈ। ਤੇ ਜੇ ਕਿਤੇ ਸਾਡਾ ਕੋਈ ਕਾਰਜ ਰੁਕ ਜਾਵੇ, ਕੰਮ ਰੁਕ ਜਾਵੇ, ਬਿਨਾ ਕਰਤ ਅਗਰਜ ਨਿਤ ਨਿਜਰਾਈ। ਤੇ ਅਸੀਂ ਜਾ ਕਰਕੇ ਹੱਥ ਜੋੜ ਕਰਕੇ ਰਾਜੇ ਦੇ ਕੋਲ ਬੇਨਤੀ ਕਰਦੇ ਹਾਂ ਵੀ ਸਾਡਾ ਕੰਮ ਰੁਕ ਗਿਆ ਹੈ, ਪੈਸਾ ਧੇਲਾ ਚਾਹੀਦਾ ਹੈ, ਰੋਜ਼ੀ ਰੋਟੀ ਚਾਹੀਦੀ ਹੈ, ਸਭ ਕੁਝ ਜਾ ਕਰਕੇ ਆਪਣੇ ਬਾਦਸ਼ਾਹ ਨੂੰ ਕਹਿੰਦੇ ਹਾਂ। ਕਰ ਜੋ ਰਹਿ ਕਰਵਾਵਹਿ ਕਾਜਾ। ਹੱਥ ਜੋੜ ਕਰਕੇ ਅਸੀਂ ਆਪਣੇ ਰਾਜੇ ਤੋਂ ਕਾਰਜ ਕਰਵਾ ਲੈਨੇ ਹਾਂ। ਮਾਨੈ ਸੇਵਕ ਕੀ ਸ਼ੁਭ ਰਾਜਾ। ਤੇ ਜਿਹੜਾ ਚੰਗਾ ਰਾਜਾ ਹੋਵੇ ਨਾ ਆਪਣੇ ਨੌਕਰ ਦੀ ਗੱਲ ਉਹ ਮੰਨ ਹੀ ਲਿਆ ਕਰਦਾ ਹੈ ਤੁਮਰੋ ਪਤਸ਼ਾਹੇ ਖੁਦਾਏ। ਤੇ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਪਾਤਸ਼ਾਹ ਉਹ ਪਰਮੇਸ਼ਰ ਹੈ, ਤੁਸੀਂ ਉਸ ਬਾਦਸ਼ਾਹ ਦੇ, ਉਸ ਪਰਮੇਸ਼ਰ ਦੇ ਬੰਦੇ ਹੋ, ਉਸ ਦੇ ਦਰਵੇਸ਼ ਹੋ। ਤੇ ਕਹਿ ਗਜ ਇਹੀ ਜਿਵਾਏ। ਮਹਾਰਾਜ ਹੁਣ ਕਿਰਪਾ ਹੀ ਕਰਦੇ ਹੋ, ਅਸੀਂ ਜਿਵੇਂ ਆਪਣੇ ਬਾਦਸ਼ਾਹ ਨੂੰ ਕਹਿ ਕਰਕੇ ਦੁਨਿਆਵੀ ਕੰਮ ਸਾਰ ਲੈਨੇ ਨਾ, ਤੁਸੀਂ ਉਸ ਪਰਮੇਸ਼ਰ ਨੂੰ ਕਹਿ ਕਰਕੇ ਮੇਰਾ ਹਾਥੀ ਜਿਉਂਦਾ ਕਰ ਦਿਓ। ਮਾਨੈ ਬਚ ਤੁਮਰੋ ਕਰਤਾਰਾ। ਤੁਹਾਡੇ ਵਚਨ ਕਰਤਾ ਪੁਰਖ ਪਰਮੇਸ਼ਰ ਹਮੇਸ਼ਾ ਮੰਨਦਾ ਰਿਹਾ ਤੇ ਮੰਨਦਾ ਰਹੇਗਾ। ਕਰੋ ਸੰਤ ਜੀ ਇਹ ਉਪਕਾਰਾ। ਐ ਸੰਤ ਜੀ ਮੇਰੇ ਉੱਪਰ ਇਹ ਪਰਉਪਕਾਰ ਹੀ ਕਰ ਦਿਓ, ਮੇਰਾ ਹਾਥੀ ਜਿਉਂਦਾ ਹੋ ਜਾਵੇ ਤੇ ਮੇਰੀ ਰੋਜ਼ੀ ਰੋਟੀ ਚੱਲਣ ਲੱਗ ਪਵੇ। ਦਰਵੇਸ਼ਨ ਕੀ ਬਾਨ ਦਇਆਲਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦਰਵੇਸ਼ ਲੋਕ ਜਿਹੜੇ ਹੋਇਆ ਕਰਦੇ ਨੇ ਨਾ, ਕਹਿਣ ਲੱਗਾ ਮਹਾਰਾਜ
ਉਹਨਾਂ ਦੀ ਇਹ ਬਾਣੀ, ਇਹ ਵਚਨ ਜਿਹੜੇ ਨੇ ਨਾ ਜਦੋਂ ਨਿਕਲਦੇ ਨੇ ਕਈਆਂ ਦਾ ਭਲਾ ਕਰਦੇ ਨੇ, ਉਹਨਾਂ ਦਾ ਕਰਮ ਹੀ ਇਹ ਹੋਇਆ ਕਰਦਾ ਹੈ। ਹਮ ਤੇ ਅਪਰਨਾ ਦੁਖੀ ਬਿਸਾਲਾ, ਮੇਰੇ ਤੋਂ ਕੋਈ ਜ਼ਿਆਦਾ ਦੁਖੀ ਇਸ ਸੰਸਾਰ ਦੇ ਵਿੱਚ ਇਸ ਸਮੇਂ ਨਹੀਂ ਹੋਵੇਗਾ, ਕਿਰਪਾ ਕਰ ਦਿਓ। ਦੋਹਰਾ ਦੀਨ ਭਇਓ ਬੰਧਨ ਕਰਤ, ਬਾਰ ਬਾਰ ਸਿਰ ਨਾਏ। ਦੀਨ ਗਰੀਬ ਹੋ ਕਰਕੇ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕਰਕੇ ਬੇਨਤੀ ਕਰਦਾ ਹੈ। ਏਕ ਮਹਾਵਤ ਕੀ ਦਸ਼ਾ, ਬਿਗਸੇ ਪ੍ਰਭ ਸੁਖਦਾਏ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਵੀ ਦਿਆਲੂ ਨੇ, ਮਹਾਵਤ ਦੀ ਇਹੋ ਜੀ ਦਸ਼ਾ ਦੇਖੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਦਸ਼ਾ ਦੇਖ ਕਰਕੇ ਕਹਿਣ ਲੱਗੇ, ਚੌਪਈ ਹੋਏ ਕਿਰਪਾਲ ਕੈ ਗੁਨੀ ਗਹੀਰੂ। ਮਹਾਰਾਜ ਜੀ ਬੜੇ ਕਿਰਪਾ ਦੀ ਘਰ ਦੇ ਵਿੱਚ ਆਏ ਨੇ, ਦਇਆ ਦੇ ਘਰ ਦੇ ਵਿੱਚ ਆਏ ਹਨ, ਗੁਨਾਹ ਦੇ ਖਜ਼ਾਨੇ ਹਨ। ਆਨੋ ਏਕ ਘਟਾ ਪਰ ਨੀਰੂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਇਸ ਘਟਾ ਦੇ ਵਿੱਚ ਇੱਕ ਪਾਣੀ ਦਾ ਤੁਪਕਾ ਪਾ ਕਰਕੇ ਉਸ ਨੂੰ ਜਿਉਂਦਾ ਕਰ ਦਿੱਤਾ ਹੈ ਤੇ ਕਹਿਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਜਾਓ ਇੱਕ ਘੜਾ ਭਰ ਕਰਕੇ ਪਾਣੀ ਦਾ ਲਿਆਉਣਾ ਕਰੋ। ਗਇਓ ਬੇਗ ਤੇ ਭਰ ਕਰ ਆਨਾ। ਬੜੀ ਤੇਜ਼ੀ ਦੇ ਨਾਲ ਮਹਾਵਤ ਨੇ ਸੁਣਿਆ ਵੀ ਘੜਾ ਭਰਨ ਦੇ ਲਈ ਪਾਣੀ ਦਾ ਕਿਹਾ ਹੈ। ਹੁਣ ਉਹ ਪਾਣੀ ਥੋੜਾ ਜਿਹਾ ਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾਥੀ ਨੂੰ ਜਿਉਂਦਾ ਕਰਨਾ ਹੈ, ਫਟਾਫਟ ਚਲੇ ਗਿਆ ਵੀ ਹੁਣ ਜਿਉਂਦਾ ਹੋ ਜਾਵੇਗਾ, ਆਸ ਵੱਜ ਗਈ ਹੈ। ਮਰਦਾਨੇ ਸੋ ਬਚਨ ਬਖਾਨਾ। ਹੁਣ ਘੜਾ ਭਰ ਕਰਕੇ ਉਹ ਮਹਾਵਤ ਲਿਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਨੂੰ ਕਹਿਣਾ ਕੀਤਾ, ਸਤਨਾਮ ਕਹਿ ਇਹ ਘਟ ਲੀਜੈ। ਸਤਨਾਮ ਕਹਿ ਤੇ ਘੜਾ ਚੁੱਕ ਲੈ। ਮ੍ਰਿਤ ਮਤੰਗ ਪਰ ਛਿਰਕਨ ਕੀਜੈ। ਤੇ ਫਿਰ ਸਤਨਾਮ ਕਹਿੰਦਾ ਹੋਇਆ ਉਸ ਮਰੇ ਹੋਏ ਹਾਥੀ ਦੇ ਉੱਪਰ ਇਹ ਪਾਣੀ ਛਿੜਕਣਾ ਆਰੰਭ ਕਰ ਦੇ। ਆਇਸ ਪਾਏ ਘਟਾ ਕਰ ਲਿਓ। ਆਗਿਆ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਨੇ ਉਹ ਘੜਾ ਚੁੱਕ ਲਿਆ ਕੁੰਚਰ ਕੇ ਸਮੀਪ ਚੱਲ ਗਇਓ। ਤੇ ਉਹ ਚੱਲ ਕਰਕੇ ਉਸ ਹਾਥੀ ਦੇ ਨਜ਼ਦੀਕ ਪਹੁੰਚਿਆ ਹੈ। ਵਾਹਿਗੁਰੂ ਕੈ ਛਿੜਕਾ ਦੀਨੋ। ਵਾਹਿਗੁਰੂ ਕਹਿ ਕਰਕੇ ਪਾਣੀ ਦਾ ਛਿੱਟਾ ਛਿੜਕਣ ਲੱਗ ਪਿਆ ਹੈ। ਗਜ ਸਰੀਰ ਕੋ ਭੇਵਨ ਕੀਨੋ। ਤੇ ਉਸ ਹਾਥੀ ਦੇ ਸਰੀਰ ਨੂੰ ਸਾਰੇ ਨੂੰ ਪਾਣੀ ਦੇ ਨਾਲ ਭਿਉਂ ਦਿੱਤਾ ਹੈ। ਪ੍ਰਾਨ ਪਰੇ ਜੀਵੇ ਹੋ ਤਤਕਾਲਾ। ਉਸੇ ਸਮੇਂ ਹਾਥੀ ਦੇ ਵਿੱਚ ਜਦੋਂ ਭਿੱਜ ਗਿਆ ਨਾ ਸਾਰਾ ਹਾਥੀ, ਉਹਦੇ ਵਿੱਚ ਸਵਾਸ ਪੈ ਗਏ ਤੇ ਉਹ ਹਾਥੀ ਜਿਉਂਦਾ ਹੋ ਗਿਆ ਹੈ। ਭਇਓ ਮਹਾਵਤ ਹਰਖ ਵਿਸ਼ਾਲਾ। ਤੇ ਬਹੁਤ ਜ਼ਿਆਦਾ ਜਦੋਂ ਹਾਥੀ ਜਿਉਂਦਾ ਹੋਇਆ, ਮਹਾਵਤ ਜਿਹੜਾ ਖੁਸ਼ ਹੋਇਆ। ਗੁਰੂ ਪਿਆਰਿਓ, ਮੈਂ ਇੱਕ ਵਚਨ ਕਰ ਜਾਵਾਂ, ਜ਼ਰੂਰੀ ਹੈ, ਕਈਆਂ ਦੇ ਮਨ ਦੇ ਵਿੱਚ ਆ ਜਾਂਦਾ ਇਹ ਕਰਾਮਾਤਾਂ ਨੇ। ਕੱਲ ਵੀ ਆਪ ਜੀ ਸਰਵਣ ਕਰ ਰਹੇ ਸੀ ਗੁਰਮੁਖ ਪਿਆਰਿਆਂ ਪਾਸੋਂ, ਕਰਾਮਾਤਾਂ ਨਹੀਂ। ਸੱਚ ਜਾਣਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸਾਡੀ ਨਜ਼ਰ ਹੈ। ਮਹਾਰਾਜ ਜੀ ਦਿਆਲੂ ਨੇ। ਮਹਾਰਾਜ ਜੀ ਨੇ ਉਹ ਹਾਥੀ ਜਿਉਂਦਾ ਕੀਤਾ ਹੈ। ਕਿਸ ਕਾਰਨ? ਉਹਨੇ ਬਿਨਾਂ ਕੀਤੀ ਹੈ, ਗਰੀਬ ਹੈ। ਪਰ ਇੱਕ ਗੱਲ ਜ਼ਰੂਰ ਹੈ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਵਚਨ ਸੁਣ ਕਰਕੇ ਮਨ ਦੇ ਵਿੱਚ ਇਹ ਕਦੀ ਖਿਆਲ ਨਹੀਂ ਲਿਆਉਣਾ ਚਾਹੀਦਾ ਵੀ ਇਹ ਕਰਾਮਾਤ ਕਰਦੇ ਨੇ, ਪਾਤਸ਼ਾਹ ਜੀ ਇਹੋ ਜਿਹੀ ਕਰਾਮਾਤ ਥੋੜੀ ਨਾ ਕਰਨਗੇ। ਇਤਿਹਾਸ ਦੇ ਵਿੱਚ ਜ਼ਿਕਰ ਆਇਆ, ਕਦੀ ਗੁਰਬਾਣੀ ਪੜ੍ਹ ਕਰਕੇ ਆਪਾਂ ਦੇਖਿਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਜੋ ਕਰ ਰਿਹਾ ਹੈ ਨਾ, ਉਹਦੇ ਪਿੱਛੇ ਕਿਉਂ ਨੱਠਦੇ ਹੋ? ਗੁਰੂ ਨੇ ਜੋ ਤੈਨੂੰ ਕਾਰਜ ਕਿਹਾ ਉਹ ਵੀ ਕਰਨਾ ਸਿੱਖ ਨਾ। ਉਹ ਕਾਰਜ ਤੂੰ ਕਰ ਜਿਹੜਾ ਤੈਨੂੰ ਕਰਨਾ ਕਿਹਾ ਹੈ। ਗੁਰਬਾਣੀ ਦੇ ਵਿੱਚ ਦਰਜ ਹੈ, ਜੋ ਅਸੀਂ ਕਾਰਜ ਕਰਨੇ ਨੇ ਨਾ ਉਹ ਗੁਰਬਾਣੀ ਦੇ ਵਿੱਚ ਦਰਜ ਨੇ। ਉਹ ਕਾਰਜ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣ ਕਰਕੇ ਉਂਗਲ ਨਾ ਠਾਇਆ ਕਰੀਏ, ਭਾਵਨਾ ਰੱਖੀਏ ਆਪਣੇ ਗੁਰੂ ਤੇ। ਔਰ ਸੱਚ ਜਾਣਿਓ, ਇਹ ਗੱਲਾਂ ਜਿਹੜੀਆਂ ਨੇ ਨਾ ਇਹ ਉਸੇ ਪ੍ਰਕਾਰ ਨੇ। ਕਈਆਂ ਨੂੰ ਦੇਸੀ ਘਿਓ ਹਜ਼ਮ ਨਹੀਂ ਹੁੰਦਾ ਤੇ ਕਈਆਂ ਨੂੰ ਪਾਤਸ਼ਾਹ ਜੀ ਦੀਆਂ ਗੱਲਾਂ ਵੀ ਨਹੀਂ ਹਜ਼ਮ ਹੋ ਸਕਦੀਆਂ। ਹਾਜ਼ਮਾ ਦਰੁਸਤ ਹੋਵੇ ਤਾਂ ਦੇਸੀ ਘਿਓ ਹਜ਼ਮ ਹੋਵੇਗਾ ਨਾ। ਅਸੀਂ ਕਿਸੇ ਨੂੰ ਧੱਕੇ ਨਾਲ ਦੇਸੀ ਘਿਓ ਖਿਲਾ ਦਈਏ ਤੇ ਹਾਲਤ ਮੰਦੀ ਹੋ ਜਾਂਦੀ ਹੈ। ਤੇ ਇਸੇ ਪ੍ਰਕਾਰ ਧੱਕੇ ਨਾਲ ਕੋਈ ਕਥਾ ਸੁਣ ਲਵੇ ਨਾ, ਉਹਦੀ ਵੀ ਹਾਲਤ ਮੰਦੀ ਹੋ ਜਾਂਦੀ ਹੈ। ਗੁਰੂ ਦੇ ਕੌਤਕ ਕਰਾਮਾਤ, ਵੈਸੇ ਮੈਂ ਗਲਤ ਨਾ ਹੋਵਾਂ, ਕਰਾਮਾਤ ਉਹਨੂੰ ਕਹਿੰਦੇ ਨੇ ਜੋ ਆਪਣੇ ਲਈ ਕੀਤੀ ਜਾਵੇ, ਜੋ ਕਿਸੇ ਦਾ ਭਲਾ ਕਰਨ ਦੇ ਲਈ ਕੀਤੀ ਜਾਵੇ, ਉਹ ਕਰਾਮਾਤ ਨਹੀਂ, ਉਹ ਕੌਤਕ ਹੈ। ਤੱਤੀ ਤਵੀ ਤੇ ਬੈਠ ਗਏ ਨੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਆਪਣਾ ਸੀਸ ਵਾਰ ਦਿੱਤਾ। ਆਪਣੇ ਸੀਸ ਬਚਾਉਣ ਦੇ ਲਈ ਥੋੜੀ ਕਰਾਮਾਤ ਕੋਈ ਕੀਤੀ ਹੈ, ਕਰਾਮਾਤ ਨਹੀਂ। ਕਰਾਮਾਤ ਦੂਸਰੇ ਨੂੰ ਬਚਾਉਣ ਦੇ ਲਈ ਹੈ। ਕੌਤਕ
ਇਹ ਕੌਤਕ ਇਹਨੂੰ ਕਹਿ ਸਕਦੇ ਆ। ਜਦੋਂ ਆਪਣੇ ਆਪ ਨੂੰ ਬਚਾਉਣ ਲਈ ਕਰਾਂਗੇ ਅਸੀਂ ਉਦੋਂ ਕਰਾਮਾਤ ਕਹਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੁਰਮੁਖ ਪਿਆਰੇ ਦਾ ਹਾਥੀ ਜਿਉਂਦਾ ਕਰ ਦਿੱਤਾ। ਮਹਾਵਤ ਬੜਾ ਖੁਸ਼ ਹੋਇਆ ਹੈ ਜੀ। ਬਾਰ ਬਾਰ ਪਦ ਬੰਦਨ ਕਰਹੀ, ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਹੱਥ ਜੋੜ ਕਰਕੇ ਨਮਸਕਾਰ ਕਰਦਾ ਹੈ। ਉਸਤਤ ਕੋ ਮੁਖ ਬਚਨ ਉਚਰਹੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਡਿਆਈ ਦੇ ਵਚਨ ਮੁਖ ਦੇ ਵਿੱਚੋਂ ਉਚਾਰਨ ਕਰਦਾ ਹੈ। ਜਾਏ ਕਹੀ ਪਤ ਸ਼ਾਹੇ ਅਗਾਰੀ, ਤੇ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਿਰ ਇਹ ਗੱਲ ਕਹਿਣੀ ਕੀਤੀ। ਮਰਿਓ ਸੋ ਜੀਵਿਓ ਕੁੰਚਰ ਭਾਰੀ, ਤੇ ਕਹਿਣਾ ਕੀਤਾ ਵੀ ਮੇਰਾ ਕੁੰਚਰ ਹਾਥੀ ਜਿਹੜਾ ਮਰ ਗਿਆ ਸੀ ਉਹ ਦੁਬਾਰਾ ਜਿਉਂਦਾ ਹੋ ਗਿਆ। ਇਹ ਫਕੀਰ ਹੈ ਆਪ ਖੁਦਾਏ, ਤੇ ਨਾਲ ਦਰਸਾਉਣਾ ਕੀਤਾ ਹੈ ਵੀ ਇਹ ਫਕੀਰ ਨਹੀਂ ਕੋਈ, ਇਹ ਤਾਂ ਆਪ ਪਰਮੇਸ਼ਰ ਚੱਲ ਕਰਕੇ ਆਇਆ ਹੈ। ਕਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਆਪ ਪਰਮੇਸ਼ਰ ਚੱਲ ਕਰਕੇ ਆਇਆ। ਜਿਹਨੂੰ ਪਤਾ ਲੱਗ ਗਿਆ ਨਾ, ਜਿਹਨੇ ਪਛਾਣ ਲਿਆ, ਉਹ ਤਾਂ ਗੁਰੂ ਕੇ ਪਿਆਰਿਓ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਪੈ ਗਿਆ, ਰਾਏ ਬੁਲਾਰ ਵਰਗਾ। ਜਿਹਨੇ ਨਹੀਂ ਪਛਾਣਿਆ ਤੇ ਜਾਣੋ ਉਹਨਾਂ ਨੇ ਜੇਲ੍ਹ ਵਿੱਚ ਵੀ ਪਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਨੇਤਰ ਨੇ ਨਾ, ਇਹਨਾਂ ਨੇਤਰਾਂ ਦੇ ਨਾਲ ਸਭ ਕੁਝ ਪਛਾਣ ਨਹੀਂ ਸਕਦੇ ਅਸੀਂ। ਮੈਂ ਤਾਂ ਇੱਕ ਗੱਲ ਹੋਰ ਕਿਹਾ ਕਰਦਾ ਵੀ ਮਨ ਜਿਹੜਾ ਨਾ ਅੰਦਰ ਬੈਠਾ ਹੋਇਆ ਉਹ ਸੋਲਿਡ ਨਹੀਂ ਹੈ। ਨਾ ਕਿਸੇ ਨੇ ਦੇਖਿਆ, ਨਾ ਡਾਕਟਰ ਉਹਦਾ ਇਲਾਜ ਕਰ ਸਕਦੇ ਨੇ, ਨਾ ਕੋਈ ਦਵਾਈ ਦਿੱਤੀ ਜਾ ਸਕਦੀ ਹੈ। ਕੰਮ ਉਹ ਆਪ ਕਰਦਾ ਹੈ, ਕਰਵਾਉਂਦਾ ਉਹ ਆਪਣੇ ਗਿਆਨ ਇੰਦਰੀਆਂ ਤੋਂ ਤੇ ਕਰਮ ਇੰਦਰੀਆਂ ਤੋਂ ਹੈ। ਕੰਮ ਉਹ ਕਰਦਾ ਹੈ ਆਪ, ਪਰ ਇਸ਼ਾਰਾ ਅੱਖਾਂ ਵੱਲ ਕਰ ਦਿੰਦਾ ਹੈ। ਮਨ ਕਹਿੰਦਾ ਹੈ ਤੇ ਅੱਖਾਂ ਗਲਤ ਰੂਪ ਦੇਖਦੀਆਂ ਨੇ। ਮਨ ਕਹਿੰਦਾ ਹੈ ਤੇ ਹੱਥ ਜਿਹੜੇ ਨੇ ਚੋਰੀ ਕਰਦੇ ਨੇ, ਗਲਤ ਪਾਸੇ ਪੈਰ ਜਾਂਦੇ ਨੇ। ਮਨ ਕਹਿੰਦਾ ਹੈ, ਪਰ ਜਦੋਂ ਮਨ ਕਹਿੰਦਾ ਹੈ ਨਾ, ਕਰਦਾ ਇਨਸਾਨ ਹੱਥ ਪੈਰ ਉਸੇ ਤਰ੍ਹਾਂ ਕਰਦੇ ਨੇ ਨਾ। ਆਪਾਂ ਅੱਜ ਕੱਲ ਦੇਖਿਆ ਜੇ ਕੋਈ ਚੋਰੀ ਕਰੇ ਤੇ ਉਹਦੇ ਹੱਥ ਤੋੜਦੇ ਨੇ। ਅਰਬ ਦੇ ਵਿੱਚ ਤਾਂ ਇਹ ਅਸੂਲ ਹੈ ਵੀ ਜਿਹੜਾ ਚੋਰੀ ਕਰੇ ਉਹਦੇ ਹੱਥ ਵੱਢ ਦਿੱਤੇ ਜਾਂਦੇ ਨੇ। ਹੁਣ ਕੰਮ ਗਲਤ ਮਨ ਨੇ ਕੀਤਾ, ਸਜ਼ਾ ਹੱਥਾਂ ਨੂੰ ਮਿਲ ਗਈ, ਕਿਉਂਕਿ ਮਨ ਕਰਵਾ ਰਿਹਾ ਹੈ। ਜਿੰਨੀ ਦੇਰ ਤੱਕ ਮਨ ਨਹੀਂ ਮੰਨਦਾ ਨਾ, ਉਨੀ ਦੇਰ ਤੱਕ ਗੁਰਬਾਣੀ ਦੇ ਵਿੱਚ ਵੀ ਬਾਰ-ਬਾਰ ਮਨ ਮਨਾਉਣ ਦੀ ਗੱਲ ਹੈ। ਮਨ ਨੂੰ ਮੰਨਣਾ ਚਾਹੀਦਾ ਹੈ, ਮਨ ਨੂੰ ਮਨਾਉਣਾ ਚਾਹੀਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਸ ਫਕੀਰ ਨੇ ਜਾਣ ਲਿਆ, ਇਸ ਦੇ ਮਨ ਨੇ ਜਾਣ ਲਿਆ ਬਈ ਇਹ ਅਸਲੀ ਖੁਦਾ ਹੈ ਤੇ ਇਸ ਨੇ ਹਾਥੀ ਨੂੰ ਜਿਉਂਦਾ ਕਰ ਦਿੱਤਾ ਹੈ। ਬਿਨੈ ਸੁਨੀ ਤਿਨ ਦਿਓ ਜਿਵਾਏ, ਕਹਿਣ ਲੱਗਾ ਵੀ ਮੇਰੀ ਬੇਨਤੀ ਸੁਣੀ ਉਸ ਫਕੀਰ ਨੇ, ਮੇਰੇ ਉਸ ਹਾਥੀ ਨੂੰ ਜਿਉਂਦਾ ਕਰ ਦਿੱਤਾ। ਤਿਉ ਸੁਨ ਕੇ ਬਿਸਮਾਦੇ ਸਭ ਹੀ, ਇਹ ਸੁਣ ਕਰਕੇ ਜਿੰਨੇ ਉਸ ਰਾਜੇ ਦੇ ਦਰਬਾਰ ਦੇ ਵਿੱਚ ਦਰਬਾਰੀ ਬੈਠੇ ਸਨ ਨਾ, ਸਾਰੇ ਹੀ ਹੈਰਾਨ ਹੋ ਗਏ ਵੀ ਦੁਨੀਆ ਵਿੱਚ ਇਹੋ ਜਿਹਾ ਕਿਹੜਾ ਆ ਗਿਆ ਜਿਹੜਾ ਮਰੇ ਨੂੰ ਵੀ ਜਿਉਂਦਾ ਕਰ ਸਕਦਾ ਹੋਵੇ। ਇਹੋ ਜਿਹਾ ਕੋਈ ਕਾਜੀ, ਕੋਈ ਫਕੀਰ, ਕੋਈ ਸੰਤ ਦੇਖਿਆ ਨਹੀਂ। ਇਹ ਕਿਹੜਾ ਫਕੀਰ ਹੈ ਜੀ? ਦਰਸ਼ਨ ਕਰਨ ਉਦਿਤ ਭਾ ਤਬ ਹੀ, ਤੇ ਉਸੇ ਹੀ ਸਮੇਂ ਸਾਰੇ ਹੀ ਦਰਸ਼ਨ ਕਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਲ ਨੂੰ ਤੁਰ ਪਏ ਹਨ। ਕਾਜ਼ੀ ਸੰਗ ਲੀਏ ਪਤਸ਼ਾਹੂ, ਬਾਦਸ਼ਾਹ ਨੇ ਆਪਣੇ ਨਾਲ ਇੱਕ ਕਾਜੀ ਨੂੰ ਵੀ ਲੈ ਲਿਆ, ਕਿਉਂਕਿ ਕਾਜੀ ਉਸ ਸਮੇਂ ਬਾਦਸ਼ਾਹ ਦੇ ਦਰਬਾਰ ਦਾ ਮੁਖੀ ਹੋਇਆ ਕਰਦਾ ਸੀ। ਉਸ ਕਈ ਕਾਰਜ ਜਿਹੜੇ ਸਨ ਉਹ ਸਫਲ ਹੁੰਦੇ ਸਨ। ਚੱਲਿਆ ਸ਼੍ਰੀ ਨਾਨਕ ਪਾਹੂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬਾਦਸ਼ਾਹ ਕਾਜੀ ਦੇ ਸਮੇਤ ਆਪਣੇ ਦਰਬਾਰੀਆਂ ਦੇ ਸਮੇਤ ਚੱਲ ਕਰਕੇ ਆਇਆ ਹੈ। ਕਰ ਪਦ ਬੰਧਨ ਗੁਰ ਟਿਕ ਬੈਸੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਮਹਾਰਾਜ ਜੀ ਦੇ ਕੋਲ ਹੀ ਬੈਠ ਗਏ ਹਨ। ਕਾਜ਼ੀ ਬਚਨ ਕਹੇ ਤਬ ਐਸੇ, ਤੇ ਉਸ ਸਮੇਂ ਕਾਜੀ ਨੇ ਫਿਰ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਵਚਨ ਕਹੇ। ਖੇਤ ਮਹਾਵਤ ਹਾਥੀ ਜੋ, ਕਹਿਣ ਲੱਗਾ ਵੀ ਜਿਹੜਾ ਮਹਾਵਤ ਦਾ ਹਾਥੀ ਸੀ, ਜੀਵਾਇਓ ਤੁਮ ਨਹੀਂ ਸੋ, ਕੀ ਤੁਸੀਂ ਉਹਨੂੰ ਜਿਉਂਦਾ ਕੀਤਾ ਹੈ? ਇੱਥੇ ਸਵਾਲ, ਕੁਐਸਚਨ ਮਾਰਕ ਹੈ। ਕਹਿਣ ਲੱਗਾ ਕਿ ਤੁਸੀਂ ਉਹਨੂੰ ਜਿਉਂਦਾ ਕੀਤਾ ਹੈ। ਸੁਣ ਕੇ ਰਾਵਰ ਸਿਫਤ ਕਨੇਰੀ, ਤੁਹਾਡੀ ਇਹ ਸਿਫਤ ਸੁਣ ਕਰਕੇ ਬਾਦਸ਼ਾਹ ਦਰਸ਼ਨ ਹਿਤ ਆਏ ਬਿਨ ਦੇਰੀ, ਤੁਹਾਡੇ ਦਰਸ਼ਨ ਦੇ ਲਈ ਇੱਥੇ ਚੱਲ ਕਰਕੇ ਆਇਆ ਹੈ। ਕਾਜ਼ੀ ਕੀ ਦਿਸ਼ ਦੇਖ ਗੋਸਾਈ, ਤੇ ਕਾਜੀ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਰਛੀ ਨਜ਼ਰ ਦੇ ਨਾਲ ਜਦੋਂ ਚੱਕਿਆ ਹੈ, ਬਾਨੀ ਨਿਰੰਕਾਰ ਅਲਾਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਵਿੱਚੋਂ ਵਚਨ ਉਚਾਰਨ ਕੀਤੇ, ਨਿਰੰਕਾਰ। ਨਿਰੰਕਾਰ ਕਹਿਣਾ ਕੀਤਾ ਵੀ ਨਹੀਂ,
ਅਸੀਂ ਨਹੀਂ ਜਿਉਂਦਾ ਕੀਤਾ, ਉਸ ਨਿਰੰਕਾਰ ਨੇ ਜਿਉਂਦਾ ਕੀਤਾ ਹੈ। ਹਮ ਹੈ ਕੌਣ ਮ੍ਰਿਤਕ ਜੀਵਾ ਰਹਿ। ਕਹਿਣ ਲੱਗੇ ਵੀ ਅਸੀਂ ਕੌਣ ਹਾਂ ਜਿਹੜੇ ਮਰੇ ਹੋਏ ਨੂੰ ਜਿਉਂਦਾ ਕਰ ਸਕਦੇ ਹਾਂ। ਇੱਕ ਕਰਤਾਰ ਜੀਵਾਵਹਿ ਮਾਰ ਹੈ। ਇੱਕ ਕਰਤਾਰ ਹੀ ਹੈ, ਉਹ ਕਰਤਾ ਪੁਰਖੀ ਹੈ, ਉਹ ਜਿਉਂਦਾ ਕਰ ਸਕਦਾ ਹੈ ਜਾਂ ਉਹ ਮਾਰ ਸਕਦਾ ਹੈ। ਇਸ ਬਿਨ ਔਰ ਸ਼ਕਤ ਕਿਸ ਮਾਹੀ। ਉਸ ਤੋਂ ਬਗੈਰ ਕਿਸੇ ਦੇ ਵਿੱਚ ਵੀ ਇਹ ਤਾਕਤ ਨਹੀਂ ਹੈ। ਵਿਆਪਕ ਕਲਾ ਦੇਖੀਤ ਜਾਹੀ। ਜਿਹੜਾ ਇਸ ਕਲਾ ਨੂੰ ਇਸ ਪ੍ਰਕਾਰ ਉਸ ਪ੍ਰਮਾਤਮਾ ਦੀ ਜੋ ਕਲਾ ਹੈ ਕਿਸੇ ਦੇ ਵਿੱਚ ਦੇਖ ਸਕੇ। ਕਾਜ਼ੀ ਕਹੇ ਸ਼ਕਤ ਜੇ ਧਾਰ ਹੋ। ਤੇ ਕਾਜੀ ਕਹਿਣ ਲੱਗਾ ਜੇ ਤੁਸੀਂ ਸ਼ਕਤੀ ਨੂੰ ਧਾਰਨ ਕਰਦੇ ਹੋ, ਤਾਕਤ ਤੁਹਾਡੇ ਵਿੱਚ ਹੈ। ਮੁਖ ਤੇ ਕਹਿ ਅਬ ਕਹਿ ਗਜ ਮਾਰ ਹੋ। ਮੁਖ ਤੇ ਕਹਿ ਕਰਕੇ ਹੁਣ ਉਸ ਹਾਥੀ ਨੂੰ ਦੁਬਾਰਾ ਮਾਰ ਕਰਕੇ ਦਿਖਾਓ। ਪਹਿਲਾਂ ਜਿਉਂਦਾ ਕੀਤਾ ਹੈ ਨਾ। ਜ਼ਿਆਦਾ ਕਰਕੇ ਜਿਹੜੇ ਮੁਗਲਾਂ ਦੇ ਸਮੇਂ ਕਾਜੀ ਕੰਮ ਖਰਾਬ ਕਰਦੇ ਰਹੇ ਨੇ। ਬਾਦਸ਼ਾਹ ਦੇ ਕੰਨ ਭਰਨੇ, ਬਾਦਸ਼ਾਹ ਜਿਹੜੇ ਕੰਨਾਂ ਦੇ ਕੱਚੇ ਹੋਇਆ ਕਰਦੇ ਸਨ ਤੇ ਕਾਜੀ ਜਿਹੜੇ ਸਨ ਉਹਨਾਂ ਦੇ ਕੰਨ ਭਰਿਆ ਕਰਦੇ ਸਨ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲਾ ਵੀ ਤਾਂ ਕਾਜੀ ਸੀ। ਕਾਜੀ ਨੇ ਫਤਵਾ ਲਗਾਇਆ ਸੀ ਨਾ। ਤੇ ਹੁਣ ਕਾਜੀ ਨੇ ਉੱਥੇ ਇੱਕ ਲਾ ਦਿੱਤੀ ਹੈ ਲੂਤੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਸਾਹਮਣੇ ਕਹਿ ਦਿੱਤਾ ਵੀ ਜੇ ਤੁਸੀਂ ਜਿਉਂਦਾ ਕਰ ਸਕਦੇ ਹੋ ਹੁਣ ਮਾਰ ਕਰਕੇ ਦਿਖਾਵੋ ਇਸ ਸਾਥੀ ਨੂੰ, ਫਿਰ ਅਸੀਂ ਮੰਨਾਂਗੇ ਵੀ ਤੁਸੀਂ ਉਸ ਪਰਮੇਸ਼ਰ ਦੇ ਰੂਪ ਹੋ। ਦੇਖੋ ਕਿਹੋ ਜਿਹੀਆਂ ਗੱਲਾਂ ਪਿਆ ਕਰਦਾ ਹੈ ਕਾਜੀ। ਆਉਣ ਵਾਲੇ ਪ੍ਰਸੰਗ ਦੇ ਵਿੱਚ ਆਪ ਜੀ ਸਰਵਣ ਕਰੋਗੇ। ਇਹ ਪ੍ਰਸੰਗ ਅੱਗੇ ਇਸੇ ਤਰ੍ਹਾਂ ਚੱਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚਾ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ, ਸਾਧ ਸੰਗਤ ਬਖਸ਼ਣਹਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਮਹਾਰਾਜ ਜੀ ਨੇ ਐਡੀ ਬਖਸ਼ਿਸ਼ ਕੀਤੀ, ਦਾਸ ਨੂੰ ਆਪਣੀ ਗੋਦੀ ਵਿੱਚ ਬਿਠਾ ਕਰਕੇ ਆਪਣੇ ਵਚਨ ਮੁਖ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਨੇ ਕਢਵਾਏ ਨੇ। ਪਾਤਸ਼ਾਹ ਜੀ ਕਿਰਪਾ ਕਰਨ। ਸਾਰੀ ਸੰਗਤ ਦਾ ਧੰਨਵਾਦ ਹੈ, ਪ੍ਰਬੰਧਕ ਕਮੇਟੀ ਦਾ, ਗੁਰਮੁਖ ਪਿਆਰਿਆਂ ਦਾ, ਹੈੱਡ ਗ੍ਰੰਥੀ ਸਹਿਬਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਦਾ ਧੰਨਵਾਦ ਹੈ ਜੋ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਹੇ ਅਚੁੱਤ, ਹੇ ਪਾਰ ਬ੍ਰਹਮ ਅਬਨਾਸ਼ੀ ਅਗਨਾਸ, ਹੇ ਪੂਰਨ, ਹੇ ਮੈਂ ਦੁਖ ਭੰਜਨ ਗੁਣਤਾਸ, ਨਿਰ ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ। ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਸੰਗ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਹਮਦਾਨ ਰਾਖੋ ਹਿਓ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਕਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ।
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਦਾ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Right. Shri हम अवगुण परे एक गुण नाही, अमृत छार बिखे बिख खाए, माया मोह धर्म पै फूले, सुतदारा स्यों प्रीत लगाए। एक उत्तम पंथ सुनियो गुरु संगत, तह मिलन जम त्रस मिटा। एक अरदास एक अरदास पाठ कीरत की, गुरु रामदास रखो शरणाई। हे प्राणनाथ गोविंद है कृपा निधान जगत गुरु, हे सारताप करुणा मैं सब दुख हरूं। दयाले दीनानाथ माया करो,
ਸ਼ੀਰ ਸਵਸਖੀ ਨਾਨਕ ਰਾਮ ਦਮੋਦਰ ਮਾਧਵੇ ਨਿਮਾਣਿਆ ਕੇ ਮਾਣ ਗੁਰੂ ਨੇ ਤਾਣਿਆ ਕੇ ਤਾਣ ਨਿਉਟਿਆ ਕੀ ਓਟ ਨਿਆਸ ਨੇ ਆਕੇ ਆਸਰਾ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਆਤਮ ਰਸ ਜਹ ਜਾਣਿਆ 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 ਹਰ ਰੰਗ ਸਹਿਜੇ ਮਾਣ ਹਰ ਰੰਗ ਸਹਿਜੇ ਮਾਨ ਆਤਮ ਰਸ ਜਹ ਜਾਣਿਆ ਆਤਮ ਰਸ ਜਹ ਜਾਣਿਆ ਆਤਮ ਰਸ ਆਤਮ ਰਸ ਜਹ ਜਾਣਿਆ ਜਹ ਜਾਣਿਆ ਜਹ ਜਾਣ ਆਤਮ ਰਸ ਜਹ ਜਾਣਿਆ ਹਰ ਰੰਗ ਸਹਜੇ ਮਾਣ ਹਰ ਰੰਗ ਸਹਜੇ ਮਾਣ ਆਤਮ ਆਤਮ ਰਸ ਜਹ ਜਾਣਿਆ ਹਰ ਰੰਗ ਸਹਿਜੇ ਮਾਣ ਹਰ ਰੰਗ ਸਹਿਜੇ ਮਾਣ